ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਨ ਰੇ ਨਾਮ ਜਪੋ ਸੁਖ ਹੋਏ, ਗੁਰ ਪੂਰਾ ਸਾਲਾਹੀਐ, ਸਹਿਜ ਮਿਲੈ ਪ੍ਰਭ ਸੋਏ। ਮਨ ਰੇ ਨਾਮ ਜਪੋ ਸੁਖ ਹੋਏ, ਗੁਰ ਪੂਰਾ ਸਾਲਾਹੀਐ, ਸਹਿਜ ਮਿਲੈ ਪ੍ਰਭ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਮ ਸਨਮਾਨ ਸਤਿਕਾਰਯੋਗ ਜੁਗੋ ਜੁਗ ਅਟਲ ਸ਼ਬਦ ਗੁਰੂ, ਚਬਰ ਤਖਤ ਛਤਰ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਮਰੱਥ ਪ੍ਰਤੱਖ ਹਾਜ਼ਰ ਨਾਜ਼ਰ ਸਤਿਗੁਰੂ, ਵਾਲੀਏ ਦੋ ਜਹਾਂ ਹਲਤ ਪਲਤ ਦੇ ਰੱਖਿਅਕ, ਧੰਨ ਧੰਨ ਸਾਹਿਬ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਐਸੇ ਦੀਨ ਦਿਆਲ ਪਾਰਕ ਉਪਕਾਰੀ, ਕਰਨਾ ਨਿਧਾਨ ਕਿਰਪਾ ਦੀ ਖਾਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਆਪਣੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸ਼੍ਰੀ ਦਸ਼ਮੇਸ਼ ਪਿਤਾ ਜੀ, ਸ਼੍ਰੀ ਕਲਗੀਧਰ ਜੀ, ਪੰਥ ਵਾਲੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬ ਇਕਬਾਲ ਬਾਦਸ਼ਾਹ ਦਰਵੇਸ਼, ਅਰਸ਼ਾਂ ਫਰਸ਼ਾਂ ਦੇ ਮਾਲਕ, ਨੀਲੇ ਦੇ ਸ਼ਾਹੇ ਅਸਵਾਰ, ਦੇਖ ਤੇਗ ਦੇ ਧਨੀ ਮਰਦ ਅਗੰਬੜੇ, ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਅਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰਦਿਆਂ, ਯਾਤਰਾ ਕਰਦਿਆਂ ਸਾਹਿਬਾਂ ਜੀ ਦੀ ਮਹਾਨ ਗੁਰਸੰਗਤ ਪੰਗਤ ਦਾ ਲਾਹਾ ਪ੍ਰਾਪਤ ਕਰ ਰਹੇ ਗੁਰੂ ਸਵਾਰੇ, ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ ਗੁਰਸੰਗਤ ਜੀਓ, ਆਪ ਜੀ ਵਡਭਾਗੇ ਹੋ ਜੋ ਗੁਰੂ ਬਖਸ਼ੇ ਹੋਏ ਉਦਮ ਉਪਰਾਲੇ ਪ੍ਰੇਰਨਾ ਦੁਆਰਾ ਸਾਹਿਬਾਂ ਜੀ ਦੇ ਮਹਾਨ ਅਸਥਾਨ ਤੇ ਹਾਜ਼ਰੀ ਭਰ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਨਤਮਸਤਕ ਹੁੰਦੇ ਹਾਂ, ਸਾਹਿਬਾਂ ਜੀ ਦੇ ਦਰਸ਼ਨ ਪਰਸਨ ਕਰਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਦੀ ਮਹਾਨ ਗੁਰਸੰਗਤ ਵਿੱਚ ਬੈਠ ਕਰਕੇ ਸਾਹਿਬਾਂ ਜੀ ਦੀ ਇਲਾਹੀ ਦਰਗਾਹੀ ਅੰਮ੍ਰਿਤ ਬਾਣੀ ਨੂੰ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਕਰਕੇ ਜੀਵਨ ਦੀਆਂ ਘੜੀਆਂ ਨੂੰ, ਸਮੇਂ ਨੂੰ, ਸਵਾਸਾਂ ਨੂੰ ਸਫਲ ਕੀਤਾ ਹੈ। ਸਾਹਿਬਾਂ ਜੀ ਦੇ ਮਹਾਨ ਪਾਵਨ ਅਸਥਾਨ ਤੇ ਲੜੀਵਾਰ ਗੁਰੂ ਸ਼ਬਦ ਉਪਦੇਸ਼ ਤੁਲਕੀ ਬਾਣੀ ਦੀ ਵਿਚਾਰ ਚੱਲ ਰਹੀ ਹੈ। ਸਾਡੇ ਕਲਯੁਗੀ ਜੀਵਾਂ ਦੇ ਭਲੇ ਹੇਤ ਸਮੂਹ ਸ੍ਰਿਸ਼ਟੀ ਦੀ ਮਾਨਵਤਾ ਦੀ ਕਲਿਆਣ ਕਰਨ ਵਾਲਾ ਪਾਵਨ ਉਪਦੇਸ਼ ਧੰਨ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਤੀਜੇ ਸਾਹਿਬਾਂ ਦੇ ਮੁੱਖ ਮੰਡਲ ਦੁਆਰਾ ਪਵਿੱਤਰ ਰਚਨਾ ਤੋਂ ਉਚਾਰਨ ਕੀਤਾ ਹੋਇਆ ਜੋ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ
सहबा के पावन 67 और 68 अंग के ऊपर सुभायमान है। सतगुरु पातशाह महाराज जी जिन्हें पावन उपदेश द्वारा कृपा कर रहे हैं, वाहिगुरु गुरमंत्र का जाप करदिया होया सहबा जी की पावन बाणी की विचार के नाल सांझ पाइए, जपीए वाहिगुरु परम गया कौ भाग्या, हर चरणी चित लाए। सहज सतगुरु धन 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 गुरु अमरदास पातशाह महाराज जी इस पावन पवित्र उपदेश द्वारा पावन पवित्र कल्याणकारी मुक्ति दाता सुखदायक पावन उपदेश फरमा रहे हैं। रहाव वाले पंथ विच जो आप जी ने कल सहबा जी का उपदेश सरवण किया सी कि मन को संबोधन हो के मन को मुखातब होंदिया होया सहबा ने सानू प्रेरणा दी सी, मन रे नाम जपो सुख होए, गुर पूरा सा लाही है, सहज मिले प्रभ सोए। कि अकाल पुरख वाहिगुरु का नाम जपया करो, नाम जप द्वारा सदैवी आत्मक सुख प्राप्त हो जाता है। पूर्ण सतगुरु की सिफत सलाह जस कीर्ति वडियाई, जिनी हो सके होनी थोड़ी है। वध तो वध पालक की सिफत सलाह वडियाई करो, इस करके सहज मिले प्रभ सोए की अवस्था ते तुसी पहुँच सको। जदों कोई इस पद से इस मुराद से पहुँचता है तो उसके जीवन के विचों की कुछ चलिया जाता ते की कुछ आ जाता प्राप्त हो जाता है। इस पावन पंक्ति के अंदर जो आप जी ने सरवण की है, सहब जी फरमार ने भरम गया औ भाग्या। ये दो बड़े बड़े अवगुण हैं जो मनुखी जीवन के विच नाल चलते हुए जिंदगी के हर मोड़ से किसी न किसी पड़ाव से मनुख को प्रभावित करते हैं। इतों तक कि नाम जपन वाले, सिमरन करने वाले, बंदगी करने वाले जदों पड़ावर पड़ा अंदर की यात्रा प्रारंभ करते हैं तो उत्थे भी इन्ने प्रकार के भरम पैदा होंदे हैं, औखले पैदा होंदे हैं कि मनुख चकरत हैरान रह जाता है कि ये की शै सी, ये की सी, यो की सी। इस तरह दियां भरम पैदा करने वालियां कई तरह दियां शैयां चीज़ां विचारां इस मार्ग दे विच आ करके वापरदियां हैं। भरम केवल बाहर मुखी संसार का नहीं सगों अंतरीवी तौर पर भी है। सो भरम का सीधा जिहा अर्थ है भुलेखा, दुचितापन। जदों मनुख भरम विच पै करके भुलेखे च पै करके मन दुविधा विच चलिया जाए, कोई सही फैसला ना कर सके, गलत की है सही की है, इसे शय का नाम ही भरम है। भरम तो अगे
ਭਾਵ ਅਰਥ ਲਿਆ ਜਾਂਦਾ ਹੈ ਭਟਕਣਾ। ਜਦੋਂ ਮਨ ਵਜੀਤੀ ਵਿੱਚ ਹੋਵੇ, ਭੁਲੇਖੇ ਵਿੱਚ ਹੋਵੇ, ਉਹ ਮਨ ਸ਼ਾਂਤ ਨਹੀਂ ਹੋ ਸਕਦਾ, ਟਿਕਿਆ ਹੋਇਆ ਨਹੀਂ ਹੋ ਸਕਦਾ। ਉਸ ਮਨ ਦੇ ਅੰਦਰ ਉਤਰਾਅ ਚੜ੍ਹਾਅ, ਸੰਕਲਪ ਤੇ ਵਿਕਲਪ ਪੈਦਾ ਹੋਣੇ ਸੁਭਾਵਿਕ ਹਨ। ਅਜਿਹਾ ਮਨ ਫਿਰ ਭਟਕਣਾ ਵਿੱਚ ਚਲਿਆ ਜਾਂਦਾ ਹੈ। ਤੇ ਤਾਈਂ ਇਹ ਸਤਿਗੁਰੂ ਜੀ ਦਾ ਬਚਨ ਹੈ, ਭਾਤਵੈ ਭਰਮ ਭੁੱਲੇ ਭਰ ਜੋਬਨ ਪਛਤਾਣੀ। ਸਹਿਬ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਇਸ ਪਾਵਨ ਬਚਨ ਦੁਆਰਾ ਫਰਮਾਉਂਦੇ ਨੇ ਕਿ ਜੀਵ ਨੂੰ ਬਿਸਤਰੀ ਭਰ ਜਵਾਨੀ ਜੋਬਨ ਦੇ ਵਿੱਚ ਆ ਕਰਕੇ, ਭੁਲੇਖੇ ਵਿੱਚ ਭਰ ਵਿੱਚ ਪੈ ਕਰਕੇ ਭੁੱਲ ਗਈ, ਭਟਕ ਗਈ, ਸਹੀ ਰਾਹ ਸਹੀ ਮਾਰਗ ਤੋਂ ਖੁੰਝ ਗਈ। ਦੂਸਰਾ ਹੈ ਭਉ। ਭਉ ਕੀ ਹੈ? ਭਉ ਬਾਣੀ ਦੇ ਅੰਦਰ ਇੱਕ ਤਾਂ ਉਹ ਭਉ ਹੈ ਜਿਸ ਨੂੰ ਬਾਣੀ ਨੇ ਨਿਰਮਲ ਭਉ ਆਖਿਆ ਹੈ। ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ ਸੁਆਮੀ, ਸਰਬ ਰਹਿਆ ਭਾਰ ਪੂਰੇ। ਇੱਕ ਹੈ ਨਿਰੰਕਾਰ ਦਾ ਭੈ, ਜਿਸ ਨੂੰ ਬਾਣੀ ਨੇ ਨਿਰਮਲ ਤੇ ਉਜਲ ਤੇ ਪਵਿੱਤਰ ਭਉ ਆਖਿਆ ਹੈ। ਦੂਸਰਾ ਹੈ ਸੰਸਾਰ ਦਾ ਭਉ। ਉਹ ਭਾਵੇਂ ਕਿਸੇ ਵੀ ਵਸਤੂ ਦੇ ਰੂਪ ਵਿੱਚ ਹੋਵੇ, ਕਿਸੇ ਜਾਨਵਰ ਦੇ ਰੂਪ ਵਿੱਚ ਹੋਵੇ ਜਾਂ ਕਿਸੇ ਮਨੁੱਖ ਦੇ ਰੂਪ ਵਿੱਚ ਹੋਵੇ। ਜਾਨਵਰਾਂ, ਪੰਛੀਆਂ, ਕੀੜੇ ਪਤੰਗਿਆਂ ਦੀ ਦੁਨੀਆ ਵਿੱਚ ਵੀ ਇਹ ਭਉ, ਇਹ ਭੈ, ਇਹ ਡਰ ਵਿਆਪਦਾ ਹੈ। ਮਨੁੱਖੀ ਦੁਨੀਆ ਵਿੱਚ ਤਾਂ ਬਹੁਤਾਤ ਕਰਕੇ ਪਤਾ ਨਹੀਂ ਕਿੰਨੇ ਤਰ੍ਹਾਂ ਦਾ ਡਰ ਤੇ ਭਉ ਮਨੁੱਖ ਨੂੰ ਸਤਾਉਂਦਾ ਹੈ। 7 ਤਰ੍ਹਾਂ ਦਾ ਭਉ ਤਾਂ ਗ੍ਰੰਥਾਂ ਵਿੱਚ ਲਿਖਿਆ ਹੈ। ਜੈ ਭੈ ਪਰਲੋਕ ਭੈ, ਜਨਮ ਬਿੰਦ ਨ ਜਾਤ, ਅਨ ਰਖਿਆ ਰਘੁਪਤ ਭੈ, ਅਕਸ ਮਾਤਰ ਭੈ ਸਾਥ। ਇਹ 7 ਤਰ੍ਹਾਂ ਦਾ ਡਰ ਤਾਂ ਗ੍ਰੰਥਾਂ ਵਿੱਚ ਵਰਣਨ ਕੀਤਾ ਹੈ। ਐਸ ਲੋਕ ਦਾ, ਪਰਲੋਕ ਦਾ, ਜਨਮ ਦਾ, ਪੀੜਾ ਦਾ, ਦੁੱਖ ਬਿਮਾਰੀ ਦਾ। ਔਰ ਇਸੇ ਤਰ੍ਹਾਂ ਹੀ ਅਚਾਨਕ ਕਿਸੇ ਨਾ ਕਿਸੇ ਸ਼ਹਿਰ ਤੇ ਹਨੇਰੇ ਸਵੇਰੇ ਪੈਰ ਟਿਕ ਜਾਣਾ, ਉਹ ਡਰ ਪੈਦਾ ਹੋ ਜਾਣਾ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਦੇ ਅੰਦਰ ਜਿੱਥੇ ਭਉ ਦਾ ਜ਼ਿਕਰ ਕੀਤਾ, ਉੱਥੇ ਨਿਰਭਉਤਾ ਦਾ ਵੀ ਜ਼ਿਕਰ ਕੀਤਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਉਹ ਵਾਹਿਦ ਹਸਤੀ, ਇੱਕ ਹੋਣ ਵਾਲਾ ਹੈ, ਜਿਹਨੂੰ ਨਾ ਕਦੇ ਕਿਸੇ ਤਰ੍ਹਾਂ ਦਾ ਡਰ ਵਿਆਪਿਆ ਸੀ, ਨਾ ਵਿਆਪਦਾ ਹੈ ਤੇ ਨਾ ਹੀ ਵਿਆਪੇਗਾ। ਉਹ ਤ੍ਰੈ ਕਾਲ ਆਬਾਦ, ਹਰ ਪ੍ਰਕਾਰ ਦੇ ਡਰ ਤੋਂ ਰਹਿਤ ਹੈ। ਇਸੇ ਵਾਸਤੇ ਜਪਜੀ ਸਾਹਿਬ ਦੀ ਪ੍ਰਣਵਤਾ ਦੇ ਵਿੱਚ ਮੂਲ ਮੰਤਰ ਦੇ ਅੰਦਰ ਹੀ ਉਸ ਦਾ ਸਰੂਪ ਵਰਣਨ ਕਰਦਿਆਂ ਹੋਏ ਇਸ ਨੂੰ ਨਿਰਭਉ ਵਰਣਨ ਕੀਤਾ। ਅਜਿਹੇ ਨਿਰਭਉ ਅਕਾਲ ਪੁਰਖ ਵਾਹਿਗੁਰੂ ਨੂੰ ਜਿਹੜਾ ਜਪਦਾ ਹੈ, ਨਿਰਭਉ ਜਪੈ, ਸਗਲ ਭਉ ਮਿਟੇ ਦੀ ਅਵਸਥਾ ਤੇ ਪਹੁੰਚ ਜਾਂਦਾ ਹੈ। ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਉਸ ਨੂੰ ਪ੍ਰਾਪਤੀ ਕੀ ਹੁੰਦੀ, ਤਿਨ ਕਾ ਭਉ ਸਭ ਗਵਾਸੀ। ਉਹਦੇ ਸਾਰੇ ਡਰ ਭਉ ਖੌਫ ਦੂਰ ਹੋ ਜਾਂਦੇ ਹਨ। ਇਹ ਜੋ ਇਸ ਭਗਤੀ ਵਿੱਚ ਸਾਹਿਬਾਂ ਜ਼ਿਕਰ ਕੀਤਾ ਹੈ, ਦੋਵੇਂ ਹੀ ਔਗਣ ਮੰਨੇ ਜਾਂਦੇ ਹਨ। ਕੱਲ ਸ਼ਾਮਾਂ ਦੇ ਦੀਵਾਨ ਵਿੱਚ ਵੀ ਵਿਚਾਰ ਕੀਤੀ ਸੀ ਕਿ ਜੋ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਸ਼ਹੀਦ ਦੀ ਪਰਿਭਾਸ਼ਾ ਦਿੱਤੀ ਹੈ, ਸ਼ਹੀਦ ਦੀ ਪਰਿਭਾਸ਼ਾ ਵਰਣਨ ਕੀਤੀ ਹੈ, ਉਹਦੇ ਵਿੱਚ ਇਹ ਦੋਵੇਂ ਔਗਣ ਲਿਖੇ ਹਨ। ਸਾਬਰ ਸਿਦਕ ਸ਼ਹੀਦ ਭਰਮ ਭਉ ਹੋਵਨਾ। ਸ਼ਹੀਦ ਉਸ ਮੁਰਾਦਬੇ ਦਾ, ਉਸ ਅਵਸਥਾ ਦਾ ਮਾਲਕ ਹੁੰਦਾ ਹੈ ਜਿੱਥੇ ਨਾ ਤਾਂ ਕਿਸੇ ਤਰ੍ਹਾਂ ਦਾ ਭਉ ਵਿਆਪਦਾ ਤੇ ਨਾ ਕਿਸੇ ਤਰ੍ਹਾਂ ਦਾ ਡਰ ਉਸ ਨੂੰ ਸਤਾਉਂਦਾ ਹੈ, ਨਾ ਉਹ ਭਰਮ ਵਿੱਚ ਪੈਂਦਾ ਹੈ। ਅੱਜ ਦਾ ਉਹ ਦਿਨ ਹੈ ਜਿਸ ਨੂੰ 38 ਸਾਲ ਗੁਜ਼ਰ ਚੁੱਕੇ ਹਨ, ਜਦੋਂ ਸਮੇਂ ਦੀ ਸਰਕਾਰ ਨੂੰ ਹਿੰਦੁਸਤਾਨੀ ਫੌਜ ਨੂੰ ਆਪਣੇ ਬਾਹੂਬਲ ਤੇ ਬੜਾ ਭਰੋਸਾ ਸੀ ਕਿ ਜਦੋਂ ਅਸੀਂ ਹਮਲਾ ਕੀਤਾ ਤਾਂ ਸਿੱਖ ਘਬਰਾ ਜਾਣਗੇ, ਡਰ ਜਾਣਗੇ। ਅੰਮ੍ਰਿਤਸਰ ਦਾ ਡੀਸੀ ਉਸ ਸਮੇਂ ਦਾ ਗੁਰਦੇਵ ਸਿੰਘ ਜਨਰਲ ਬਰਾੜ ਲਿਖਦਾ ਹੈ ਕਿ ਕਹਿੰਦੇ ਅਸੀਂ ਜਦੋਂ ਦੀ ਸਲਾਹ ਲੈਣੀ ਚਾਹੀ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਬਾਰੇ ਤੇਰਾ ਕੀ ਖਿਆਲ ਹੈ, ਉਹ ਕਹਿਣ ਲੱਗਾ ਮੈਂ ਉਹਨਾਂ ਨੂੰ ਬੜੀ ਤਰ੍ਹਾਂ ਮਿਲਿਆ ਹਾਂ, ਪਰ ਜਿਸ ਤਰ੍ਹਾਂ ਦਾ ਤੁਹਾਡਾ ਨਜ਼ਰੀਆ ਨਾ ਕਿ ਬਸ 2-4 ਗੋਲੀਆਂ ਚਲਾਈਆਂ, ਬੰਬ ਸੁੱਟੇ ਜਾਂ ਜਹਾਜ਼ਾਂ ਦੀ ਗੂੰਜ ਪਾਏ ਤੇ ਬਾਹਾਂ ਖੜੀਆਂ ਕਰਕੇ ਬਾਹਰ ਆ ਜਾਵੇਗਾ, ਐਸਾ ਨਹੀਂ ਕਰੇਗਾ।
ਤੇ ਜਨਰਲ ਬਰਾੜ ਕਹਿੰਦਾ ਮੈਂ ਅੱਗੋਂ ਅੰਮ੍ਰਿਤਸਰ ਦੇ ਡੀਸੀ ਨੂੰ ਇਹ ਗੱਲ ਕਹੀ ਕਿ ਜਦੋਂ ਤੋਪਾਂ ਦੰਦ ਲਾਉਂਦੀਆਂ ਹਨ, ਜਦੋਂ ਤੋਪ ਟੈਂਕ ਗੂੰਜਦੇ ਹਨ, ਜਹਾਜ਼ ਉੱਪਰ ਆ ਕਰਕੇ ਗੂੰਜਦੇ, ਵੱਡਿਆਂ ਵੱਡਿਆਂ ਦੇ ਦਿਲ ਹਿਲ ਜਾਂਦੇ, ਵੱਡੇ ਵੱਡੇ ਭੈ ਭੀਤ ਹੋ ਜਾਂਦੇ, ਗੋਡੇ ਟੇਕ ਦਿੰਦੇ ਨੇ। ਤੇ ਗੁਰਦੇਵ ਸਿੰਘ ਡੀਸੀ ਕਹਿੰਦੇ ਆਖਣ ਲੱਗਾ ਕਿ ਟੇਕ ਦਿੰਦੇ ਹੋਣਗੇ, ਪਰ ਜਿਹੋ ਜੇ ਜਿਸਮ ਦਾ ਦਿਲ ਦਾ ਮਾਲਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਹੈ, ਤੁਹਾਡੇ ਅੱਗੇ ਕਦੇ ਗੋਡੇ ਨਹੀਂ ਟੇਕੇਗਾ। ਉਹ ਇਹਨਾਂ ਨਿਡਰ ਤੇ ਬੇਖੌਫ ਹੈ, ਸ਼ਹੀਦੀ ਦਾ ਪ੍ਰਾਪਤ ਕਰ ਸਕਦਾ ਹੈ, ਪਰ ਤੁਹਾਡੇ ਅੱਗੇ ਡਰ ਕਰਕੇ ਕਦੇ ਝੁਕਣ ਵਾਲਾ ਨਹੀਂ। ਜਨਰਲ ਬਰਾੜ ਨੇ ਆਪ ਨੂੰ ਆਪਣੀ ਕਥਾ ਲਿਖੀ ਹੈ ਕਿ ਸਾਡਾ ਇਹ ਭੁਲੇਖਾ ਦੂਰ ਹੁੰਦਿਆਂ ਦੇਰੀ ਨਾ ਲੱਗੀ, ਜਦੋਂ ਅਸੀਂ ਵੱਖ-ਵੱਖ ਵਾਰ-ਵਾਰ ਮੀਟਿੰਗਾਂ ਕਰਕੇ ਵੱਖ-ਵੱਖ ਪਲਾਨ ਬਦਲਦੇ ਰਹੇ। ਹੰਡੇ ਹੰਢਾਏ ਇੱਕ ਪਾਸੇ ਜਰਨੈਲ ਜਿਨ੍ਹਾਂ ਨੂੰ ਜੰਗ ਯੁੱਧ ਕਰਨ ਦੇ ਕਈ ਤਰ੍ਹਾਂ ਦੇ ਤਜਰਬੇ ਹਾਸਲ ਸਨ, ਪਰ ਉਸ ਸਮੇਂ ਦੇ 20ਵੀਂ ਸਦੀ ਦੇ ਮਹਾਨ ਗੁਰਸਿੱਖ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਜਿਨ੍ਹਾਂ ਦੀਆਂ ਵਿਭਾਗ ਤੇ ਨਿਡਰ ਬੇਖੌਫ ਤਕਰੀਰਾਂ ਨੇ ਗੁਰੂ ਕੇ ਸਿੱਖਾਂ ਦੇ ਮਨਾਂ ਵਿੱਚੋਂ ਵੀ ਹਕੂਮਤ ਦਾ ਡਰ ਭਾਵ ਦੂਰ ਕਰ ਦਿੱਤਾ। ਧਰਮ ਵਾਸਤੇ, ਕੌਮ ਵਾਸਤੇ, ਹੱਕ ਤੇ ਸੱਚ ਵਾਸਤੇ ਜ਼ਬਰ ਜ਼ੁਲਮ ਦੇ ਸਾਹਮਣੇ ਆਪਣੀਆਂ ਛਾਤੀਆਂ ਦਾਗ ਕਰਕੇ ਮੌਤ ਨੂੰ ਮੁਖੌਲਾ ਕਰਦੇ ਹੋਏ ਮੈਦਾਨ ਵਿੱਚ ਕੁੱਦ ਪਏ। 6 ਜੂਨ ਸੰਨ 1984 ਦਾ ਉਹ ਦਿਨ ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਹਮਣੇ ਬੜੀ ਲਹੂ ਡੋਲਵੀਂ ਲੜਾਈ ਹੋਈ। ਧਰਮ ਯੁੱਧ ਸੂਰਮਿਆਂ ਵੱਲੋਂ ਲੜਿਆ ਗਿਆ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਪੜ੍ਹਾਏ ਹੋਏ ਅਮਰ ਸ਼ਹੀਦ ਜਨਰਲ ਸ਼ਬੀਰ ਸਿੰਘ ਦੇ ਸਿਖਾਏ ਹੋਏ ਸੂਰਮਿਆਂ ਨੇ ਭਾਰਤੀ ਫੌਜ ਨੂੰ ਅਜਿਹੇ ਹੱਥ ਵਿਖਾਏ ਕਿ ਉਹ ਅੱਜ ਵੀ ਯਾਦ ਕਰਦੇ ਹਨ ਕਿ 200-400 ਸਿਪਾਹੀ ਸਾਡੇ ਕੋਲ ਇਹੋ ਜਿਹਾ ਹੁੰਦਾ ਜਿਹੋ ਜਿਹੇ ਦਰਬਾਰ ਸਾਹਿਬ ਲੰਘਣ ਵਾਲੇ ਇਲਾਕੇ ਸਨ, ਅਸੀਂ ਕੁਝ ਘੰਟਿਆਂ ਵਿੱਚ ਪਾਕਿਸਤਾਨ ਨੂੰ ਫਤਿਹ ਕਰ ਸਕਦੇ। ਜਨਰਲ ਸੁੰਦਰ ਜੀ ਵਰਗਿਆਂ ਦੇ ਇਹ ਬਿਆਨ ਇਤਿਹਾਸ ਵਿੱਚ ਦਰਜ ਪਏ ਨੇ। ਤੋ ਉਹ ਇੰਨੇ ਭਾਰੀ ਨਿਡਰ ਤੇ ਬੇਖੌਫ ਸਨ, ਟੈਂਕਾਂ ਦੇ ਉੱਪਰ ਛਾਤੀਆਂ ਨਾਲ ਬੰਬ ਬੰਨ ਕੇ ਛਾਲਾਂ ਮਾਰਦੇ ਸਨ। ਤੇ ਇਹ ਉਹ ਅਵਸਥਾ ਹੈ ਜਿਸ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਰਦੇ ਨੇ। ਸਾਬਰ ਸਿਦਕ ਸ਼ਹੀਦ ਭਰਮ ਭਉ ਕੋਮਨਾ। ਸ਼ਹੀਦ ਬੜੇ ਸਬਰ ਵਾਲਾ ਹੁੰਦਾ, ਕਦੀ ਕਾਹਲਾ ਨਹੀਂ ਪੈਂਦਾ, ਕਦੀ ਘਬਰਾਉਂਦਾ ਨਹੀਂ ਹੈ। ਸਿਦਕ ਸ਼ਰਧਾ ਤੇ ਭਾਵਨਾ ਵਿਸ਼ਵਾਸ ਨਾਲ ਉਹਦਾ ਹਿਰਦਾ ਭਰਿਆ ਹੁੰਦਾ। ਜੇਕਰ ਹਿਰਦੇ ਸ਼ਰਧਾ ਭਾਵਨਾ ਨਾ ਹੋਵੇ, ਕੁਰਬਾਨੀ ਨਹੀਂ ਕੀਤੀ ਜਾ ਸਕਦੀ। ਕੁਰਬਾਨੀ ਵਾਸਤੇ ਭਾਵਨਾ ਦੀ ਤੇ ਵਿਸ਼ਵਾਸ ਦੀ ਲੋੜ ਹੁੰਦੀ ਹੈ, ਫਿਰ ਸਬਰ ਦੀ ਲੋੜ ਹੁੰਦੀ। ਜਿਹੜਾ ਮਨੁੱਖ ਛੇਤੀ ਕਾਹਲਾ ਪੈ ਜਾਏ ਉਹ ਘਬਰਾ ਜਾਂਦਾ ਹੈ, ਉਹ ਸਬਰ ਦਾ ਬਾਲਕ ਹੁੰਦਾ ਹੈ। ਸ਼ਹੀਦ ਦੇ ਜੀਵਨ ਵਿੱਚ 2 ਔਗਣ ਕਦੇ ਨੇੜੇ ਨਹੀਂ ਆਉਂਦੇ, ਭਰਮ ਭਉ ਕੋਮਨਾ। ਨਾ ਉਹਦੇ ਮਨ 'ਚ ਭਰਮ ਹੁੰਦਾ ਹੈ ਤੇ ਨਾ ਉਹਦੇ ਮਨ 'ਚ ਕਿਸੇ ਤਰ੍ਹਾਂ ਦਾ ਭੈ ਹੁੰਦਾ ਹੈ। ਸਿੱਖ ਕੌਮ ਦੀਆਂ ਨਹੀਂ ਸਾਰੇ ਪੰਜਾਬ ਦੀਆਂ ਹੱਕੀ ਮੰਗਾਂ ਵਾਸਤੇ। ਇਹ ਨਹੀਂ ਕਿ ਜੋ ਅਨੰਦਪੁਰ ਸਾਹਿਬ ਦਾ ਮਤਾ ਸੰਨ 1973 ਵਿੱਚ ਇੱਥੇ ਲਿਖਿਆ ਗਿਆ ਸੀ ਉਹ ਕੇਵਲ ਸਿੱਖਾਂ ਵਾਸਤੇ ਸੀ, ਸਗੋਂ ਪੰਜਾਬ 'ਚ ਰਹਿਣ ਵਾਲੇ ਹਰ ਵਿਅਕਤੀ ਵਾਸਤੇ, ਭਾਵੇਂ ਉਹ ਹਿੰਦੂ ਹੋਵੇ, ਜੈਨੀ ਹੋਵੇ, ਬੋਧੀ ਹੋਵੇ, ਮੁਸਲਮਾਨ ਹੋਵੇ, ਕ੍ਰਿਸਚਨ ਹੋਵੇ, ਹਰੇਕ ਮਨੁੱਖ ਵਾਸਤੇ ਉਹ ਮਤਾ ਜਿਹੜਾ ਸੁਖਦਾਈ ਸੀ, ਭਲੇ ਵਾਲਾ ਸੀ, ਜੇਕਰ ਉਹ ਮਤਾ ਪ੍ਰਵਾਨ ਕੀਤਾ ਜਾਂਦਾ। ਕੇਵਲ ਸਿੱਖਾਂ ਨੂੰ ਹੀ ਨਹੀਂ ਸੀ ਫਾਇਦਾ, ਉਹਦੇ ਸਾਰੇ ਪੰਜਾਬ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਹਦਾ ਫਾਇਦਾ, ਉਹਦਾ ਲਾਭ ਸੀ। ਪਰ ਸਮੇਂ ਦੀ ਸਰਕਾਰ ਨੇ ਅਜਿਹਾ ਧੂਆਂਧਾਰ ਪ੍ਰਚਾਰ ਕੀਤਾ ਕਿ ਸਿੱਖ ਅੱਤਵਾਦੀ ਹਨ, ਸਿੱਖ ਖਾਲਿਸਤਾਨ ਮੰਗਦੇ ਹਨ, ਸਿੱਖ ਵੱਖਵਾਦੀ ਹਨ। ਆਪਣੇ ਮੀਡੀਆ ਦੇ ਰਾਹੀਂ ਹਰ ਪ੍ਰਕਾਰ ਦਾ ਕੋਝਾ ਯਤਨ ਕੀਤਾ ਕਿ ਸਿੱਖ ਕੌਮ ਨੂੰ ਦੁਨੀਆ ਵਿੱਚ ਭੰਡਿਆ ਜਾਏ, ਬਦਨਾਮ ਕੀਤਾ ਜਾਏ। ਪਰ ਉਹ ਇਸ ਗੱਲ ਤੋਂ ਅਣਜਾਣ ਸਨ ਕਿ ਅੱਗੇ ਵੀ ਕਈ ਮੋਰਚੇ ਲੱਗਦੇ ਰਹੇ ਸਨ ਤੇ ਜੂਸ ਦਾ ਗਲਾਸ ਮੂੰਹ ਲਾ ਕੇ ਤੇ ਮੋਰਚੇ ਦੀ ਸਮਾਪਤੀ ਕਰਵਾ ਦੇ। ਪਰ ਐਤਕੀ ਜੋ ਧਰਮ ਯੁੱਧ ਮੋਰਚਾ ਲੱਗਾ ਦੀਵਾਨ ਹਾਰ ਮੰਜੀ ਸਾਹਿਬ ਤੋਂ, ਉਸ ਦੇ ਅੰਦਰ ਸਿੱਖ ਕੌਮ ਦੇ ਅੰਦਰ ਜੋਸ਼, ਧਰਮ ਤੋਂ ਕੁਰਬਾਨ ਹੋਣ ਦਾ ਜਜ਼ਬਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਭਾਸ਼ਣਾਂ ਨੇ ਅਜਿਹਾ ਪੈਦਾ ਕੀਤਾ ਕਿ ਆਪਣੇ ਹੱਕ ਸੱਚ
ਵਾਸਤੇ ਲੜਨ ਦੇ ਲਈ, ਹੱਕ ਪ੍ਰਾਪਤ ਕਰਨ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਸਤੇ ਤਿਆਰ ਹੋਏ। ਚਮਕੌਰ ਗੜੀ ਦਾ ਸਾਕਾ ਦੁਬਾਰਾ ਦੁਹਰਾਇਆ ਗਿਆ ਤੇ ਜਨਰਲ ਬਰਾੜ ਜਨਰਲ ਸੁੰਦਰ ਜੀ ਲਿਖਦੇ ਨੇ ਕਿ ਦਰਬਾਰ ਸਾਹਿਬ ਦਾ ਵਿਹੜਾ ਜਿਹੜਾ ਸੀ ਨਾ ਸਾਡੇ ਵਾਸਤੇ ਕਿਲਕ ਗਰਾਊਂਡ ਸਾਬਤ ਹੋਇਆ। ਮੌਤ ਦਾ ਵਿਹੜਾ ਸਾਡੇ ਵਾਸਤੇ ਸਾਬਤ ਹੋਇਆ। ਇੰਨਾ ਭਾਰੀ ਜਾਨੀ ਨੁਕਸਾਨ ਸਾਨੂੰ ਉਠਾਉਣਾ ਪਿਆ। 2 ਜੰਗਾਂ ਹੋ ਚੁੱਕੀਆਂ ਸਨ, ਸੰਨ 1965 ਦੀ, ਸੰਨ 1971 ਦੀ। ਭਾਵੇਂ ਕਿ ਸੰਨ 1962 ਵਿੱਚ ਚੀਨ ਦੇ ਨਾਲ ਵੀ ਇੱਕ ਜੰਗ ਹੋਈ, ਪਰ ਇਹ 2 ਜੰਗਾਂ ਵੱਡੀਆਂ ਸਨ, 65 ਦੀ 71 ਦੀ ਪਾਕਿਸਤਾਨ ਦੇ ਨਾਲ। ਇੰਨਾ ਨੁਕਸਾਨ ਉਸ ਸਮੇਂ ਨਹੀਂ ਸੀ ਭਾਰਤੀ ਫੌਜ ਦਾ ਹੋਇਆ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰ ਟੈਂਕਾਂ ਦੇ ਤੋਪਾਂ ਦੇ ਨਾਲ ਹਮਲਾ ਕਰਕੇ ਭਾਰਤੀ ਫੌਜ ਨੇ ਆਪਣਾ ਭਾਰੀ ਨੁਕਸਾਨ ਕਰਵਾਇਆ। ਗੁਰੂ ਕੇ ਸਿੱਖਾਂ ਨੇ, ਯੋਧਿਆਂ ਨੇ, ਸੂਰਮਿਆਂ ਨੇ, ਮਰਦਾਂ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਹੋਇਆਂ, ਜਬ ਆਪ ਕੀ ਔਧ ਨਿਦਾਨ ਬਣੈ ਅਤ ਹੀ ਰੰਗ में तक ਜੂਝ ਬਣੋ, ਉਸ ਸਿਧਾਂਤ ਤੇ ਦ੍ਰਿੜਤਾ ਤੇ ਨਿਸ਼ਚੇ ਦੇ ਨਾਲ ਪਹਿਰਾ ਦਿੰਦਿਆਂ ਹੋਇਆਂ ਜ਼ਾਲਮ ਸਰਕਾਰ ਦੀ ਫੌਜ ਨੂੰ ਅਜਿਹੇ ਚਲੇ ਚਬਾਏ ਕਿ ਅੱਜ ਦੇ ਉਹ ਅਫਸਰ ਯਾਦ ਕਰਦੇ ਹਨ ਕਿ ਉਹ ਕਿੰਨੇ ਬਹਾਦਰ ਸਨ। ਸਾਨੂੰ ਇਹੋ ਜਾਪਦਾ ਸੀ ਇੱਕ ਵਾਰੀ ਕਿ ਸ਼ੇਰ ਦੇ ਜਵਾੜੇ ਵਿੱਚ ਬਘਿਆੜ ਨੇ ਆਪਣਾ ਹੱਥ ਪਾ ਲਿਆ ਹੋਵੇ। ਤੇ ਆਪ ਉਸ ਜਰਨੈਲ ਨੇ ਲਿਖਿਆ ਹੈ ਕਿ ਮੈਨੂੰ ਮੌਤ ਦਾ ਭੈ ਸਤਾਉਂਦਾ ਸੀ। ਜਲਿਆਂਵਾਲੇ ਬਾਗ ਵਿੱਚ ਬੈਠੇ ਹੋਏ ਨੂੰ ਪਰਿਵਾਰ ਦੀ ਚਿੰਤਾ ਸਤਾਉਂਦੀ ਸੀ। ਮੇਰਾ ਪੇਟ ਖਰਾਬ ਹੋਣੇ ਦਿਨ ਰਿਹਾ। ਇਹਦਾ ਭਾਵ ਹੈ ਕਿ ਗੁਰੂ ਕੇ ਖਾਲਸੇ ਦੀ ਕਿੰਨੀ ਦਹਿਸ਼ਤ, ਕਿੰਨਾ ਪ੍ਰਭਾਵ ਉਹਨਾਂ ਦੁਸ਼ਮਣਾਂ ਦੇ ਮਨਾਂ ਵਿੱਚ ਸੀ ਜਿਹੜੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਤੇ ਚੜ੍ਹਾਈ ਕਰਕੇ ਆਏ ਸਨ। ਸੋ ਅੱਜ ਦਾ ਉਹ ਦਿਨ ਹੈ ਜਦੋਂ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਕਹਿਣੀ ਤੇ ਕਰਨੀ ਦੇ ਸੂਰੇ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਵੱਡੇ ਸੁਪੁੱਤਰ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ, ਜਰਨਲ ਸ਼ਬੇਗ ਸਿੰਘ, ਜਿਨ੍ਹਾਂ ਨੇ ਸਾਰੇ ਇਸ ਧਰਮ ਯੁੱਧ ਦੀ ਕਮਾਨ ਸੰਭਾਲੀ ਔਰ ਵੈਰੀ ਦਲ ਦਾ ਬੜਾ ਭਾਰੀ ਨੁਕਸਾਨ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਮਤ ਦੀ ਰਾਖੀ ਵਾਸਤੇ, ਗੁਰਧਾਮਾਂ ਦੀ ਪਵਿੱਤਰਤਾ ਨੂੰ ਬਹਾਲ ਰੱਖਣ ਵਾਸਤੇ ਮਰਜੀਵੜਿਆਂ ਸੂਰਮਿਆਂ ਨੇ ਹੱਸ ਕਰਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਔਰ ਚਮਕੌਰ ਦੀ ਗੜੀ ਵਾਲਾ ਸਾਕਾ ਦੁਬਾਰਾ ਦੁਹਰਾ ਕਰਕੇ ਗਏ ਕਿ ਗੁਰੂ ਕੇ ਸਿੱਖ ਥੋੜੇ ਬਹੁਤਿਆਂ ਦੀ ਪਰਵਾਹ ਨਹੀਂ ਕਰਦੇ। ਜਦੋਂ ਮੌਤ ਦਾ ਬੜਾਸਾ ਆਪਣੇ ਸਿਰ ਉੱਪਰ ਬੰਨ ਲੈਣ, ਇੱਕ ਪਾਸੇ ਸਾਹਮਣੇ ਲੱਖਾਂ ਫੌਜਾਂ ਭਾਵੇਂ ਚੰਗੇ ਹਥਿਆਰਾਂ ਨਾਲ ਤਿਆਰ ਹੋਣ, ਗੁਰੂ ਕੇ ਸਿੱਖ ਰਵਾਇਤੀ ਹਥਿਆਰਾਂ ਦੇ ਨਾਲ ਉਸ ਦਾ ਮੁਕਾਬਲਾ ਕਰਦੇ ਹੋਏ ਆਪਣੀਆਂ ਜਾਨਾਂ ਦਾ ਨਿਸ਼ਾਵਰ ਕਰ ਸਕਦੇ ਨੇ, ਪਰ ਕਿਸੇ ਜ਼ਾਲਮ ਦੇ ਸਾਹਮਣੇ ਕਦੀ ਝੁਕ ਨਹੀਂ ਸਕਦੇ। ਸੋ ਉਹਨਾਂ ਮਹਾਨ ਸ਼ਹੀਦਾਂ ਨੂੰ ਜੋ ਤੀਜਾ ਘੱਲੂਘਾਰਾ ਕੌਮ ਨੇ ਨਾਮ ਦਿੱਤਾ ਹੈ, ਸਰਕਾਰ ਵੱਲੋਂ ਨਾਮ ਦਿੱਤਾ ਗਿਆ ਆਪਰੇਸ਼ਨ ਬਲੂ ਸਟਾਰ, ਸਾਕਾ ਨੀਲਾ ਤਾਰਾ, ਨੀਲੀਆਂ ਪੱਗਾਂ ਵਾਲਿਆਂ ਦੇ ਵਿਰੁੱਧ ਕਾਰਵਾਈ। ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਹਮੇਸ਼ਾ ਨੀਲੀ ਪੱਗ ਬੰਨ੍ਹਿਆ ਕਰਦੇ ਸਨ। ਇਸੇ ਵਾਸਤੇ ਇਸ ਸਾਕੇ ਨੂੰ ਉਹਨਾਂ ਨੇ ਆਪਰੇਸ਼ਨ ਦਾ ਨਾਮ ਦੇ ਕਰਕੇ ਨੀਲਾ ਤਾਰਾ, ਆਪਰੇਸ਼ਨ ਬਲੂ ਸਟਾਰ ਦਾ ਨਾਮ ਦਿੱਤਾ। ਸਿੱਖ ਕੌਮ ਨੇ ਇਸ ਦਿਨ ਨੂੰ ਤੀਜਾ ਘੱਲੂਘਾਰਾ ਦੀ ਯਾਦ 'ਚ ਮਨਾਉਣ ਦਾ ਫੈਸਲਾ ਕਰਦਿਆਂ ਹੋਇਆ ਹਰ ਸਾਲ ਵੱਖ-ਵੱਖ ਗੁਰਧਾਮਾਂ ਦੇ ਅੰਦਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਪੰਜਾਬ ਦੇ ਹੱਕਾਂ ਵਾਸਤੇ, ਪੰਜਾਬ ਦੀਆਂ ਹੱਕੀ ਮੰਗਾਂ ਵਾਸਤੇ, ਕੌਮ ਦੀ ਚੜ੍ਹਦੀ ਕਲਾ ਵਾਸਤੇ ਮਹਾਨ ਤੇ ਵੱਡੀਆਂ ਵਡਮੁੱਲੀਆਂ ਸ਼ਹਾਦਤਾਂ ਦੇ ਕਰਕੇ ਵੱਡੀਆਂ ਕੁਰਬਾਨੀਆਂ ਕੀਤੀਆਂ। ਉਹਨਾਂ ਸ਼ਹੀਦਾਂ ਨੂੰ ਕੋਟਾਨ ਵਾਲੀ ਨਮਸਕਾਰ ਹੈ, ਜਿਨ੍ਹਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅਸਥਾਨ ਦੀ ਰਾਖੀ ਕਰਦਿਆਂ ਹੋਇਆਂ ਸ਼ਹਾਦਤਾਂ ਦੇ ਜਾਮ ਪ੍ਰਾਪਤ ਕੀਤੇ। ਭਾਰਤ ਸਰਕਾਰ ਦੀ ਜ਼ਾਲਮ ਫੌਜ ਦੇ ਵੱਲੋਂ ਬੜਾ ਅਤਿਆਚਾਰ ਜ਼ੁਲਮ ਕੀਤਾ ਗਿਆ। ਜਿਹੜੇ ਬੇਕਸੂਰ ਸੰਗਤ ਵਿੱਚ ਪ੍ਰੇਮੀ ਜਨ ਆਏ ਸਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ, ਉਹਨਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਦਿੱਤਾ ਗਿਆ, ਭਾਵੇਂ ਕਿ ਵਿਖਾਵਾ ਕੀਤਾ ਜਾਂਦਾ ਰਿਹਾ ਕਿ ਤੁਹਾਨੂੰ ਕੁਛ ਨਹੀਂ ਆਖਾਂਗੇ। ਤੇ ਫਿਰ ਜੋ ਹਾਲਤ ਉਹਨਾਂ ਦੇ ਕੀਤੀ ਜਾਂਦੀ ਰਹੀ,
ਸਿੱਖ ਲਾਇਬ੍ਰੇਰੀ ਲੁੱਟੀ ਗਈ, ਅਨੇਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਲੁੱਟ ਲਏ ਗਏ ਔਰ ਅੱਗਾਂ ਲਾ ਦਿੱਤੀਆਂ ਗਈਆਂ। ਸਿੱਖ ਕੌਮ ਦਾ ਇਸ ਘੱਲੂਘਾਰੇ ਦੇ ਵਿੱਚ ਬਹੁਤ ਭਾਰੀ ਜਾਨੀ ਔਰ ਮਾਲੀ ਨੁਕਸਾਨ ਹੋਇਆ। ਅੱਜ ਕਈ ਸਲਾਹਾਂ ਦਿੰਦੇ ਹਨ ਕਿ 84 ਭੁੱਲ ਜਾਣੀ ਚਾਹੀਦੀ ਹੈ। ਜਿੰਨਾ ਚਿਰ ਗੁਰੂ ਕੇ ਸਿੱਖ ਜਿਉਂਦੇ ਹਨ, ਸਿੱਖ ਦਾ ਬੱਚਾ ਆਪਣੇ ਤੇ ਹੋਇਆ ਇਹ ਵਹਿਸ਼ੀਆਨਾ ਕਾਰਨਾਮਾ, ਗੁਰਧਾਮਾਂ ਦੀ ਕੀਤੀ ਹੋਈ ਬੇਅਦਬੀ ਨੂੰ ਕਦੇ ਵੀ ਭਾਵਨਾ ਵਾਲੇ, ਸ਼ਰਧਾ ਵਾਲੇ, ਸਿੱਧਕ ਭਰੋਸੇ ਦੇ ਮਾਰਗ ਦੇ ਪਾਂਦੇ ਗੁਰੂ ਕੇ ਸਿੱਖ ਕਦੀ ਭੁੱਲਦੇ ਨਹੀਂ ਹਨ। ਸੋ ਐਸੇ ਬਹਾਦਰਾਂ ਸ਼ਹੀਦਾਂ ਨੂੰ, ਉਹਨਾਂ ਦੀ ਸ਼ਹਾਦਤ ਨੂੰ, ਉਹਨਾਂ ਦੀ ਕੁਰਬਾਨੀ ਨੂੰ ਜਿੰਨੀ ਵਾਰੀ ਵੀ ਸਿਜਦਾ ਕੀਤਾ ਜਾਏ, ਨਮਸਕਾਰ ਕੀਤੀ ਜਾਏ, ਉਨੀ ਵਾਰੀ ਥੋੜੀ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਫਰਮਾ ਰਹੇ ਨੇ, ਜਦੋਂ ਸਤਿਗੁਰੂ ਦੀ ਸਿਫਤ ਸਲਾਹ ਕੀਤੀ, ਨਾਮ ਜਪਿਆ, ਜੀਵਨ ਚੋਂ ਭਰਮ ਚਲਿਆ ਗਿਆ, ਡਰ ਚਲਿਆ ਗਿਆ, ਭਉ ਸਾਰਾ ਦੂਰ ਹੋ ਗਿਆ, ਭਾਗਿਆ ਰਥ ਦਾ ਭੱਜ ਜਾਣਾ। ਭਉ ਭਾਗਿਆ, ਭਉ ਡਰ ਭੱਜ ਹੀ ਗਿਆ। ਹਰ ਚਰਨੀ ਚਿਤ ਲਾਏ, ਇਹ ਵਸਤਾ ਕਦੋਂ ਪ੍ਰਾਪਤ ਹੋਈ? ਜਦੋਂ ਹਰਿ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਚਿੱਤ ਲਾਏ, ਮਨ ਨੂੰ ਜੋੜ ਲਿਆ, ਚਿੱਤ ਨੂੰ ਲਾ ਲਿਆ। ਚਿੱਤ ਲਾਉਣਾ ਹੀ ਔਖਾ ਹੈ। ਇਹ ਚਿਤ ਚੇਤ ਸਕੀਨਾ ਦਿਆਲ ਮੋਦਰ, ਡਿਬੇ ਨਾ ਜਾਣ ਸਕੋਈ, ਜੇ ਧਾਵੇ ਬ੍ਰਹਮੰਡ ਖੰਡ ਕੋ ਕਰਦਾ ਕਰੇ ਸੋ। ਭਗਤ ਬਾਬਾ ਧੰਨਾ ਸਾਹਿਬ ਜੀ ਆਖਦੇ ਨੇ, ਰੇ ਚਿਤ ਚੇਤ ਸਕੀਨਾ ਦਿਆਲ ਮੋਦਰ, ਜਿਹੜਾ ਦਇਆ ਦਾ ਘਰ ਦਮੋਦਰ, ਮਾਂ ਦੇ ਪੇਟ ਵਿੱਚ ਤੇਰੀ ਰੱਖਿਆ ਕਰਨ ਵਾਲਾ, ਉਹਨੂੰ ਚੇਤੇ ਕਿਉਂ ਨਹੀਂ ਕਰਦਾ? ਉਸ ਨੂੰ ਯਾਦ ਕਰ। ਵਾਰ-ਵਾਰ ਸਾਹਿਬਾਂ ਨੇ ਬਾਣੀ ਵਿੱਚ ਉਹਦੇ ਨਾਲ ਚਿੱਤ ਲਾਉਣ ਦੀ ਮਨੁੱਖ ਨੂੰ ਜੁਗਤੀ ਵੀ ਦੱਸੀ ਹੈ, ਪ੍ਰੇਰਨਾ ਵੀ ਦਿੱਤੀ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਰਮਾ ਰਹੇ ਨੇ, ਗੁਰ ਚਰਨੀ ਚਿਤ ਲਾਏ। ਗੁਰੂ ਦੇ ਚਰਨ ਕੀ ਹਨ? ਕਰ ਕਰ ਪ੍ਰਣਾਮ ਚਿਤ ਚਰਨ, ਨਾਮ ਨਾਮ ਰੂਪੀ ਹੀ ਚਰਨ ਹਨ। ਗੁਰ ਕੇ ਚਰਨ ਜੀ ਕਾ ਨਿਸਤਾਰਾ, ਗੁਰੂ ਦੇ ਚਰਨਾਂ ਵਿੱਚ ਚਿਤ ਲਾਉਣ ਕਰਕੇ ਹੀ ਜੀਵ ਆਤਮਾ ਦਾ ਨਿਸਤਾਰਾ ਹੋ ਸਕਦਾ, ਭਾਵ ਸਾਗਰ ਤੋਂ ਪਾਰ ਹੋ ਸਕੀਦਾ ਹੈ। ਗੁਰਮੁਖ ਸ਼ਬਦ ਕਮਾਈਐ, ਹਰ ਵਸੈ ਮਨ ਆਏ। ਜਦੋਂ ਗੁਰਮੁਖ ਮੁਖੀ ਗੁਰੂ ਦੁਆਰਾ ਉਪਦੇਸ਼ ਲੈ ਕਰਕੇ ਸ਼ਬਦ ਕਮਾਈਏ, ਗੁਰੂ ਦਾ ਸ਼ਬਦ ਦਾ ਅਰਥ ਹੈ ਉਪਦੇਸ਼, ਸ਼ਬਦ ਦਾ ਅਰਥ ਹੈ ਸਿੱਖਿਆ, ਸ਼ਬਦ ਦਾ ਅਰਥ ਹੈ ਗੁਰੂ ਦਾ ਵਚਨ, ਸ਼ਬਦ ਦਾ ਅਰਥ ਹੈ ਵਾਹਿਗੁਰੂ ਮੰਤਰ ਦੀ ਕਮਾਈ। ਜਦੋਂ ਕਮਾਈਏ, ਕਮਾਉਣਾ ਕਰੀਏ, ਉਹਦੀ ਆਰਾਧਨਾ ਕਰੀਏ, ਉਹਦਾ ਨਿਧਿਆਸਨ ਕਰਨਾ ਕਰੀਏ, ਪ੍ਰਾਪਤੀ ਕੀ ਹੁੰਦੀ? ਸਾਹਿਬ ਕਹਿੰਦੇ ਹਰ ਵਸੈ ਮਨ ਆਏ। ਜੋ ਦੁੱਖਾਂ ਦਾ ਹਾਰਕ ਹਰੇ ਪਰੇ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਹੈ, ਉਹ ਆ ਕਰਕੇ ਮਨ ਅੰਤਸ਼ ਕਰਨ ਹਿਰਦੇ ਵਿੱਚ ਵਸ ਜਾਂਦਾ ਹੈ। ਘਰ ਮਹਲ ਸੱਚ ਸਮਾਈਐ, ਜਮ ਕਾਲ ਨਾ ਸਕੈ ਖਾਏ। ਜਦੋਂ ਘਰ ਦਾ ਅਰਥ ਹੈ ਸਾਡਾ ਹਿਰਦਾ, ਸਾਡਾ ਅੰਤਸ਼ਕਰਨ, ਮਹਿਲ ਦਾ ਅਰਥ ਹੈ ਸਰੂਪ। ਜਦੋਂ ਆਪਣੇ ਅੰਤਸ਼ਕਰਨ ਹਿਰਦੇ ਵਿੱਚ ਮਾਲਕ ਨੂੰ ਯਾਦ ਕਰੀਏ, ਫਿਰ ਸੱਚੇ ਮਹਿਲ ਸਰੂਪ ਦੀ ਪ੍ਰਾਪਤੀ ਹੁੰਦੀ। ਜਦੋਂ ਸੱਚੇ ਮਹਿਲ ਦੀ ਪ੍ਰਾਪਤੀ ਹੋ ਜਾਏ, ਫਿਰ ਸੱਚ ਸਮਾਈਏ ਦੀ ਕਲਾ ਵਰਤਦੀ ਹੈ। ਫਿਰ ਸੱਚ ਸਰੂਪ ਪਰਮਾਤਮਾ ਵਿੱਚ ਸਮਾਈਏ, ਸਮਾ ਜਾਈਦਾ ਹੈ। ਜਦੋਂ ਸੱਚ ਵਿੱਚ ਸਮਾ ਜਾਈਏ, ਫਿਰ ਜਮਕਾਲ ਸਕੇ ਖਾਏ। ਜਮਕਾਲ ਕਿਵੇਂ ਖਾ ਸਕੇਗਾ? ਔਰ ਜਮਕਾਲ ਕਿਵੇਂ ਖਾਂਦਾ ਹੈ? ਜਿਹੜਾ ਵਾਰ ਵਾਰ ਜੂਨਾਂ ਦੇ ਵਿੱਚ ਲੰਬਾ ਘੇਰਾ ਦੇਣਾ, ਇਹ ਸਮਝੋ ਕਿ ਜਮਕਾਲ ਵਾਰ-ਵਾਰ ਬੰਦਾ ਜੀਵ ਮਰਦਾ ਤੇ ਵਾਰ-ਵਾਰ ਜਿਹੜਾ ਜੰਮਦਾ ਹੈ, ਇਹ ਜਮਕਾਲ ਮੌਤ ਉਸ ਨੂੰ ਖਾਂਦੀ ਹੈ। ਜਮਕਾਲ ਦਾ ਅਰਥ ਜਮਦੂਤ ਵੀ ਹੈ। ਉਹ ਜਾਮ ਜਿਹੜਾ ਮਨੁੱਖ ਦਾ ਕਾਲ ਕਰ ਦਿੰਦਾ, ਮਨੁੱਖ ਨੂੰ ਮਾਰ ਦਿੰਦਾ ਹੈ। ਸਾਹਿਬ ਕਹਿੰਦੇ, ਜਦੋਂ ਮਾਲਕ ਦੀ ਕਿਰਪਾ ਹੋਏ, ਇਹ ਜਮਕਾਲ ਜਬ ਲੱਜਾ ਇਹ ਕਰ ਭਾਗਾ, ਸ਼ਰਮਿੰਦਾ ਹੋ ਕਰਕੇ ਭੱਜ ਜਾਂਦਾ ਹੈ। ਜਮਕਾਲ ਨਾ ਸਕੇ ਖਾਏ, ਭਗਵੰਤ ਭਗਤ ਕੋ ਭਾਉ ਕਿਛ ਨਾਹੀ, ਆਦਰ ਦੇਵਤ ਜਾਮ। ਜਮ ਵੀ ਉਹਨੂੰ ਆਦਰ ਦਿੰਦੇ ਹਨ। ਰੇ ਰੇ ਦਰਗੇ ਕਹਿ ਨ ਕੋ, ਆਓ ਬੈਠ ਆਦਰ ਸੁਭ ਦੇ। ਕੋਈ ਰੇ ਰੇ ਓਏ ਓਏ ਆ ਕੇ ਨਹੀਂ ਬੁਲਾਉਂਦਾ। ਇਸ ਵਾਸਤੇ ਜਮਕਾਲ ਵੀ ਉਸ ਨੂੰ ਅਦਬ ਦਿੰਦਾ। ਜਮਕਾਲ ਨਾ ਸਕੇ ਖਾਏ, ਜਿਹੜਾ ਜਮਕਾਲ ਮੌਤ ਕਾਲ ਹੈ, ਉਸ ਨੂੰ ਖਾ ਨਹੀਂ ਸਕਦਾ। ਜਿਹੜਾ ਸੱਚ ਸਰੂਪ ਮਹਿਲ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ।
ਨਾਮਾ ਸ਼ੀਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ। ਹੁਣ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕੋਈ ਐਸਾ ਮਹਾਂਪੁਰਖ ਹੈ ਜਿਹੜਾ ਮੁਕਤ ਹੋ ਗਿਆ ਹੋਵੇ, ਜਿਹਦਾ ਆਵਾਗਮਨ ਮੁੱਕ ਗਿਆ ਹੋਵੇ। ਗੁਰੂ ਸਾਹਿਬ ਨੇ ਹੁਣ ਉਹਨਾਂ ਦੀ ਉਦਾਹਰਨ ਦਿੱਤੀ ਹੈ। ਨਾਮਾ ਸ਼ਿੰਬਾ, ਇੱਥੇ ਜਾਤਾਂ ਪਾਤਾਂ ਦਾ ਵਖਰੇਵਾਂ, ਉੱਚ ਨੀਚ ਦਾ ਭੇਦ ਭਾਵ ਕੋਈ ਨਹੀਂ ਹੈ। ਨਾਮਾ ਸ਼ਿੰਬਾ, ਸ਼ਿੰਬਾ ਜਾਤੀ ਦੇ ਭਗਤ ਬਾਬਾ ਨਾਮਦੇਵ ਸਾਹਿਬ ਜੀ। ਕਬੀਰ ਜੁਲਾਹਾ, ਜੁਲਾਹਾ ਜਾਤੀ ਦੇ ਬਾਬਾ ਕਬੀਰ ਸਾਹਿਬ ਜੀ। ਪੂਰੇ ਗੁਰ ਦੇ ਗਤ ਪਾਈ, ਪੂਰਨ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਗਤ ਮੁਕਤੀ ਪ੍ਰਾਪਤ ਕੀਤੀ। ਭਗਤ ਬਾਬਾ ਨਾਮਦੇਵ ਸਾਹਿਬ ਜੀ ਦੇ ਗੁਰੂ ਗਿਆਨ ਦੇਵ ਜੀ ਸਨ। ਭਗਤ ਬਾਬਾ ਕਬੀਰ ਸਾਹਿਬ ਜੀ ਨੇ ਗੁਰ ਦਿਕਸ਼ਾ ਬਾਬਾ ਰਾਮਾਨੰਦ ਜੀ ਦੇ ਕੋਲੋਂ ਪ੍ਰਾਪਤ ਕੀਤੀ। ਪੰਜ ਭਗਤ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਹ ਮਹਾਂਪੁਰਸ਼ ਨੇ ਜਿਨ੍ਹਾਂ ਦਾ ਗੁਰੂ ਇੱਕੋ ਭਗਤ ਬਾਬਾ ਰਾਮਾਨੰਦ ਜੀ ਹੈ। ਭਾਈ ਸਾਹਿਬ ਭਾਈ ਪ੍ਰਕਾਸ਼ ਜੀ ਨੇ ਭਗਤ ਰਾਮਾਨੰਦ ਜੀ ਨੂੰ ਸਤਿਗੁਰੂ ਸ਼ਬਦ ਨਾਲ ਸੰਬੋਧਨ ਕੀਤਾ ਹੈ। ਭਾਵ ਜਿਹੜਾ ਸਤ ਨਾਲ ਜੁੜਿਆ ਹੋਇਆ ਸੱਚਾ ਗੁਰੂ ਹੈ। ਸਹਿਬ ਫਰਮਾਨ ਨੇ ਪੂਰੇ ਗੁਰ ਦੇ ਗਤ ਦਾ ਅਰਥ ਕੀ ਹੈ? ਮੁਕਤੀ। ਉਹ ਅਵਸਥਾ ਜਿੱਥੇ ਜੰਮਣ ਮਰਨ ਦਾ ਸਿਲਸਿਲਾ ਮੁੱਕ ਜਾਏ, ਜੰਮਣ ਮਰਨ ਦੇ ਵੱਡੇ ਗੇੜ ਸਮਾਪਤ ਹੋ ਜਾਣ। ਪੂਰਨ ਸਤਿਗੁਰੂ ਦੇ ਕੋਲੋਂ ਉਹਨਾਂ ਗੁਰਮੁਖ ਜਨਾਂ ਨੇ ਗਤ ਮੁਕਤੀ ਪ੍ਰਾਪਤ ਕੀਤੀ। ਬ੍ਰਹਮ ਕੇ ਬੇਤੇ ਸ਼ਬਦ ਪਛਾਣ ਹੈ, ਹਉਮੈ ਜਾਤ ਗਵਾਈ। ਇਹ ਉਹਨਾਂ ਨੇ ਬ੍ਰਹਮ ਨੂੰ ਜਾਣ ਲਿਆ। ਜਿਹੜੇ ਬੰਦੇ ਮੁਕਤ ਹੋ ਜਾਂਦੇ, ਰੱਬ ਨੂੰ ਜਾਣ ਲੈਂਦੇ। ਸਾਹਿਬ ਕਹਿੰਦੇ ਹਾਂ ਭਾਈ, ਬ੍ਰਹਮ ਕੇ ਬੇਤੇ, ਬੇਤੇ ਦਾ ਅਰਥ ਹੁੰਦਾ ਹੈ ਜਾਣਨ ਵਾਲਾ, ਸਮਝਣ ਵਾਲਾ। ਉਹ ਬ੍ਰਹਮ ਕੇ ਬੇਤੇ, ਬ੍ਰਹਮ ਗਿਆਨ ਦੇ ਧਾਰਨੀ, ਬ੍ਰਹਮ ਨੂੰ ਜਾਣਨ ਵਾਲੇ ਹੋ ਗਏ। ਕਦੋਂ? ਜਦੋਂ ਸ਼ਬਦ ਪਛਾਣੇ, ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਆਪਣੇ ਆਪੇ ਸਰੂਪ ਦੀ ਲਗਤਾ ਕੀਤੀ, ਆਪਣੇ ਆਪ ਨੂੰ ਪਛਾਣ ਲਿਆ ਤੇ ਬ੍ਰਹਮ ਦੀ ਪਛਾਣ ਆ ਗਈ। ਬ੍ਰਹਮ ਦੇ ਬੇਤੇ ਹੋ ਗਏ, ਜਾਣਨ ਵਾਲੇ ਬਣ ਗਏ। ਹਉਮੈ ਜਾਤ ਗਵਾਈ, ਜਿਹੜੀ ਜਾਤ ਪਾਤ ਦੀ ਹਉਮੈ ਸੀ ਨਾ, ਉਹ ਗਵਾ ਦਿੱਤੀ। ਭਗਤਾਂ ਦੇ ਵਿੱਚ ਬੜਾ ਹੀ ਵਡੱਪਣ ਹੈ ਕਿ ਬਾਕੀ ਅੱਜ ਜਿਹੜੀਆਂ ਜਾਤਾਂ ਨਾ, ਕੋਈ ਬੰਦਾ ਨੀਵੀਂ ਜਾਤ ਦਾ ਹੋਵੇ, ਜਾਤ ਲਗਾਵੇਗਾ, ਜ਼ਿਕਰ ਨਹੀਂ ਕਰੇਗਾ ਮੇਰੀ ਇਹ ਜਾਤ ਹੈ। ਪਰ ਭਗਤ ਸਾਹਿਬਾਨਾਂ ਨੇ ਬਾਣੀ 'ਚ ਐਲਾਨੀਆ ਤੌਰ ਤੇ ਕਹਿ ਦਿੱਤਾ ਵਾਰ-ਵਾਰ ਕਿ ਅਸੀਂ ਜੁਲਾਹੇ ਹਾਂ, ਅਸੀਂ ਚਮਿਆਰ ਹਾਂ, ਅਸੀਂ ਚੀਂਦੇ ਹਾਂ। ਕਿਉਂਕਿ ਉਹਨਾਂ ਨੂੰ ਪਤਾ ਸੀ ਇਹਨਾਂ ਜਾਤਾਂ ਪਾਤਾਂ 'ਚ ਕੁਛ ਨਹੀਂ ਰੱਖਿਆ ਹੈ ਤੇ ਵਾਹਿਗੁਰੂ ਦੀ ਬੰਦਗੀ ਸਿਮਰਨ ਵਿੱਚ, ਆਤਮਿਕ ਗਿਆਨ ਵਿੱਚ ਪ੍ਰਾਪਤੀ ਹੋਣੀ ਹੈ। ਸਾਨੂੰ ਕੀ ਲੋੜ ਹੈ ਆਪਣੀ ਜਾਤ ਲਗਾਉਣ ਦੀ? ਜੋ ਜਿਨ੍ਹਾਂ ਦੇ ਘਰ ਸਾਡਾ ਜਨਮ ਹੋਇਆ, ਸਾਡਾ ਫਰਜ਼ ਹੈ ਕਿ ਅਸੀਂ ਉਹ ਬਿਆਨ ਕਰੀਏ, ਝੂਠ ਕਿਉਂ ਬੋਲੀਏ। ਹਉਮੈ ਜਾਤ ਗਵਾਈ, ਜਾਤ ਹਉਮੈ ਦੀ ਬੜੀ ਜਾਤੀ ਹੁੰਦੀ ਹੈ। ਗੁਰੂ ਸਾਹਿਬ ਨੇ ਜਾਤ ਪਾਤ ਜ਼ਰੂਰ ਮੰਨੀ ਹੈ ਬਾਣੀ ਵਿੱਚ, ਪਰ ਕਰਮ ਤੋਂ ਮੰਨੀ ਹੈ, ਜਨਮ ਤੋਂ ਨਹੀਂ ਮੰਨੀ, ਕਰਮ ਤੋਂ ਮੰਨੀ ਹੈ। ਸਾ ਜਾਤ ਸਾ ਪਤ ਹੈ, ਜਿਹੇ ਕਰਮ ਕਮਾਏ। ਪੁਰਾਣੀਆਂ ਜਿੰਨੀਆਂ ਜਾਤਾਂ ਪਾਤਾਂ ਸਨ, ਕਰਮ ਕਰਕੇ ਸਨ ਕਿ ਜਿਹੋ ਜਿਹਾ ਮਨੁੱਖ ਕੰਮ ਕਰਦਾ ਸੀ, ਉਹੋ ਜਿਹੀ ਉਹਦੀ ਜਾਤੀ ਪੈ ਜਾਂਦੀ ਸੀ। ਹਉਮੈ ਜਾਤ ਗਵਾਈ, ਹਉਮੈ ਜਾਤ ਪਾਤੀ, ਹਉਮੈ ਸਾਰੀ ਗਵਾਈ ਗਵਾ ਦਿੱਤੀ। ਸੁਰ ਨਰ ਤਿਨ ਕੀ ਬਾਣੀ ਗਾਵੈ, ਕੋਏ ਨਾ ਮੇਟੈ ਭਾਈ। ਦੇਖੋ ਭਾਈ, ਸੁਰ ਦੇਵਤੇ ਨਰ ਮਨੁੱਖ ਤਿਨ ਕੀ ਬਾਣੀ ਗਾਵੇ। ਉਹਨਾਂ ਮਹਾਂਪੁਰਖਾਂ ਬਾਬਾ ਨਾਮਦੇਵ ਸਾਹਿਬ ਜੀ, ਬਾਬਾ ਕਬੀਰ ਸਾਹਿਬ ਜੀ, ਬਾਬਾ ਰਵਿਦਾਸ ਸਾਹਿਬ ਜੀ, ਬਾਬਾ ਧੰਨਾ ਜੀ, ਇਹਨਾਂ ਮਹਾਂਪੁਰਖਾਂ ਦੀ ਬਾਣੀ ਗਾਵੇ। ਦੇਵਤੇ ਵੀ ਉਹਨਾਂ ਦੀ ਬਾਣੀ ਗਾਉਂਦੇ ਨੇ। ਕੋਈ ਨਾ ਬੇਟੇ ਭਾਈ, ਉਹਨਾਂ ਦੀ ਬਾਣੀ ਨੂੰ ਦਰਗਾਹੀ ਬਚਨਾਂ ਨੂੰ ਕੋਈ ਮੇਟ ਨਹੀਂ ਸਕਦਾ। ਜੈਤ ਬੁੱਧ ਕਰਮ ਧਰਮ ਕਿਜ ਸੰਜਮ ਨਾ ਪੜੈ, ਦੂਜਾ ਭਾਉ ਨਾ ਜਾਣੈ। ਅਗਲੀ ਉਦਾਹਰਨ ਦਿੱਤੀ ਹੈ ਸਤਿਯੁਗ ਦੇ ਸਮੇਂ ਦੀ। ਹਰਨਾਕਸ਼ ਦਾ ਪੁੱਤਰ, ਹਰਨਾਕਸ਼ ਜਿਹੜਾ ਦੈਤ ਸੀ, ਘਰ ਹਰਨਾਕਸ਼ ਦੈਤ ਦੇ ਕੱਲਰ ਕਬਲ ਪ੍ਰਹਲਾਦ ਉਪਾਇਆ। ਭਗਤ ਬਾਬਾ ਪ੍ਰਹਲਾਦ ਸਾਹਿਬ ਜੀ ਕੱਲਰੀ ਧਰਤੀ ਦੇ ਵਿੱਚ ਹਰਨਾਕਸ਼ ਦੇ ਘਰ 'ਚ ਪੈਦਾ ਹੋਏ। ਸੋ ਭਗਤ ਬਾਬਾ ਪ੍ਰਹਲਾਦ ਸਾਹਿਬ ਜੀ ਦੈਤ ਪੁੱਤ, ਜੋ ਦੈਤ ਦਾ ਦੈਤਾਂ ਦੇ ਰਾਜੇ ਹਰਨਾਕਸ਼ ਦਾ ਪੁੱਤਰ ਸੀ। ਕਰਮ ਧਰਮ ਵਿੱਚ ਸੰਜਮ ਨਾ ਪੜ੍ਹੈ। ਜਿਹੜੇ ਪੰਡਤ ਲੋਕ ਕਰਮ ਧਰਮ ਦੱਸਦੇ ਸਨ ਕਿ ਆਹ ਕਰਮ ਕਰ ਲੋ, ਆਹ ਧਰਮ ਕਰ ਲੋ, ਜਿਨ੍ਹਾਂ ਬਾਰੇ ਸਾਹਿਬ ਕਹਿੰਦੇ ਕਰਮ ਧਰਮ ਪਖੰਡ ਜੋ ਦੀਸੈ, ਤਿਨ ਜਮ ਜਾ ਗਾਤੀ ਲੂਟੈ। ਸੰਜਮ ਰੱਖ ਲਵੋ,
ਇਹਨਾਂ ਝੰਜਟਾਂ ਦੇ ਵਿੱਚ ਉਹ ਪਿਆ ਹੀ ਨਹੀਂ, ਉਹਦੇ ਇਹਨਾਂ ਨੂੰ ਪੜ੍ਹਿਆ ਹੀ ਨਹੀਂ। ਪੜ੍ਹਿਆ ਦਾ ਅਰਥ ਪੋਲਾ ਪੜ੍ਹ ਦਈਏ ਤੇ ਪੜ੍ਹਿਆ ਦਾ ਅਰਥ ਹੁੰਦਾ ਪੈਣਾ, ਤੇ ਥੋੜਾ ਜਿਹਾ ਭਾਰਾ ਕਰਕੇ ਹਲੰਤ ਲਾ ਕੇ ਪੜ੍ਹਿਆ ਜਾਵੇ ਤੇ ਪੜ੍ਹਿਓ ਪੜ੍ਹਦਾ ਨਹੀਂ ਸੀ ਕਿ ਕਿਹੜਾ ਕਰਮ ਠੀਕ ਹੈ, ਕਿਹੜਾ ਧਰਮ ਨਿਭਾਉਣਾ ਚਾਹੀਦਾ, ਕਿਸ ਸੰਜਮ ਨੂੰ ਕਰਨਾ ਚਾਹੀਦਾ। ਸੋ ਇਹਨਾਂ ਜੋ ਵੇਦਾਂ ਸ਼ਾਸਤਰਾਂ ਦੁਆਰਾ ਵਰਣਨ ਕੀਤਾ ਸੀ ਉਹਨੇ ਨਹੀਂ ਪੜ੍ਹਿਆ। ਦੂਜਾ ਭਾਵ ਨਾ ਜਾਣੇ ਕਿ ਅਕਾਲ ਪੁਰਖ ਤੋਂ ਬਿਨਾਂ ਜਿਹੜਾ ਦੂਜਾ ਭਾਵ ਦੁਨੀਆ ਵਾਲਾ ਪ੍ਰੇਮ ਹੈ ਨਾ ਜਾਣੇ, ਉਹ ਜਾਣਦਾ ਨਹੀਂ ਸੀ। ਸਤਿਗੁਰ ਭੇਟਿਆ ਨਿਰਮਲ ਹੋਆ ਅਨੰਦਨ ਨਾਮ ਬਖਾਣੈ। ਦੇਖੋ ਉਸ ਨੂੰ ਪੂਰਾ ਗੁਰੂ ਮਿਲਿਆ, ਸਤਿਗੁਰੂ ਭੇਟਿਆ, ਗੁਰੂ ਨੂੰ ਭੇਟਣ ਮਿਲਾਪ ਹੋਣ ਕਰਕੇ ਨਿਰਮਲ ਹੋਆ ਭਗਤ ਪ੍ਰਹਲਾਦ ਜੀ ਪਵਿੱਤਰ ਜੀਵਨ ਵਾਲਾ ਹੋ ਗਿਆ। ਅਨ ਦਿਨ ਨਾਮ ਵਖਾਣਿਓ, ਰਾਤ ਦਿਨ ਵਾਹਿਗੁਰੂ ਦਾ ਨਾਮ ਵਖਿਆਨ ਕਰਦੇ, ਨਾਮ ਜਪਦੇ ਰਹੇ। ਏਕੋ ਪੜੈ ਏਕੋ ਨਾਉ ਬੂਝੈ, ਦੂਜਾ ਅਵਰ ਨ ਜਾਣੈ। ਭਗਤ ਪ੍ਰਹਲਾਦ ਜੀ ਏਕੋ ਨੂੰ ਪੜ੍ਹਦੇ ਰਹੇ, ਏਕੋ ਦਾ ਨਾਮ ਜਪਦੇ, ਦੂਜੇ ਸਮਝਦੇ ਰਹੇ ਤੇ ਦੂਜਾ ਅਵਰ ਹਰਨਾਕਸ਼ ਭਾਵੇਂ ਕਹਿੰਦਾ ਸੀ ਸਭ ਕੁਝ ਮੈਂ ਹੀ ਹਾਂ। ਤੇ ਭਗਤ ਬਾਬਾ ਪ੍ਰਹਲਾਦ ਸਾਹਿਬ ਦੀ ਉਦਾਹਰਨ ਦੇ ਕੇ ਚੌਥੇ ਬੰਦ ਵਿੱਚ ਸਾਹਿਬ ਫਰਮਾ ਰਹੇ ਨੇ, ਉਹਨਾਂ ਨੇ ਪਰਮਾਤਮਾ ਤੋਂ ਬਿਨਾਂ ਦੂਜਾ ਅਵਰ ਨਾ ਜਾਣੇ, ਹੋਰ ਕਿਸੇ ਨੂੰ ਨਹੀਂ ਜਾਣਿਆ, ਨਹੀਂ ਪਛਾਣਿਆ। ਖੜ ਦਰਸ਼ਨ ਜੋਗੀ ਸੰਨਿਆਸੀ, ਬਿਨ ਗੁਰ ਭਰਮ ਭੁਲਾਏ। ਖਾਟ ਦਰਸ਼ਨ ਛੇ ਦਰਸ਼ਨ, ਦਰਸ਼ਨ ਦਾ ਅਰਥ ਹੈ ਧਾਰਮਿਕ ਗ੍ਰੰਥ। ਖਟ ਮਨੇ ਛੇ, ਜਿਨ੍ਹਾਂ ਨੂੰ ਸ਼ਾਸਤਰ ਕਹਿੰਦੇ ਹਨ। ਛੇ ਘਰ ਛੇ ਗੁਰ ਛੇ ਉਪਦੇਸ਼, ਇਹ ਛੇ ਸ਼ਾਸਤਰ ਸਾਹਿਬਾਂ ਨੇ ਬਾਣੀ 'ਚ ਬੜੇ ਥਾਵਾਂ ਤੇ ਵਰਣਨ ਕੀਤੇ ਨੇ। ਪਹਿਲਾ ਸ਼ਾਸਤਰ ਹੈ ਵਿਸ਼ੇਸ਼ਕ ਸ਼ਾਸਤਰ, ਇਸ ਦਾ ਕਰਤਾ ਹੈ ਕਨਾਦ ਮੁਨੀ, ਰਿਸ਼ੀ ਹੋਇਆ ਹੈ। ਦੂਸਰਾ ਸ਼ਾਸਤਰ ਹੈ ਨਿਆਏ ਸ਼ਾਸਤਰ, ਇਸ ਦਾ ਕਰਤਾ ਹੈ ਗੌਤਮ ਮੁਨੀ, ਜਿਹਨੂੰ ਗੌਤਮ ਰਿਸ਼ੀ ਵੀ ਕਹਿੰਦੇ ਸਨ। ਇਸੇ ਤਰ੍ਹਾਂ ਹੀ ਤੀਸਰਾ ਸ਼ਾਸਤਰ ਹੈ ਜਿਸ ਦਾ ਕਰਤਾ ਕਪਲ ਮੁਨੀ ਹੈ, ਸ਼ਾਸਤਰ ਦਾ ਨਾਮ ਹੈ ਸ਼ਾਂਖ ਸ਼ਾਸਤਰ। ਚੌਥਾ ਸ਼ਾਸਤਰ ਹੈ ਜਿਸ ਨੂੰ ਪਤੰਜਲ ਕਹਿੰਦੇ, ਦੂਸਰਾ ਨਾਮ ਹੈ ਯੋਗ ਦਰਸ਼ਨ, ਇਸ ਦਾ ਕਰਤਾ ਹੈ ਪਤੰਜਲੀ ਰਿਸ਼ੀ, ਜਿਹਦਾ ਅਭਿਆਸ ਅੱਜ ਕੱਲ ਬਹੁਤ ਸਾਰੇ ਕਰਾਉਂਦੇ ਨੇ। ਆ ਪੁੱਠੇ ਸਿੱਧਾ ਢਿੱਡ ਜਿਹਾ ਘਮਾਉਣਾ, ਇਸੇ ਤਰ੍ਹਾਂ ਪੁੱਠੇ ਸਿੱਧੇ ਇੱਧਰ ਉੱਧਰ ਸਰੀਰ ਨੂੰ ਹਿਲਾਉਣਾ, ਇਹ ਅੱਜ ਕੱਲ੍ਹ ਬੜਾ ਚੱਲਦਾ ਹੈ। ਇਹਦਾ ਕਰਤਾ ਹੈ ਪਤੰਜਲੀ ਰਿਸ਼ੀ। ਸ਼ਾਸਤਰ ਦਾ ਨਾਮ ਹੈ ਪਤੰਜਲ, ਦੂਸਰਾ ਨਾਮ ਹੈ ਯੋਗ ਸ਼ਾਸਤਰ। ਦੇ 8 ਅੰਗ ਨੇ, ਜਾਮ ਆਸਨ ਨਿਯਮ ਪ੍ਰਾਣਾਯਾਮ ਧਾਰਨਾ ਧਿਆਨ ਤੇ ਸਮਾਧੀ। ਇਹ ਯੋਗ ਦਰਸ਼ਨ ਦੇ ਪਤੰਜਲੀ ਰਿਸ਼ੀ ਜਿਸ ਦਾ ਕਰਤਾ, ਇਹ ਉਹਦੇ ਅੰਗ ਹਨ। ਪੰਜਵਾਂ ਸ਼ਾਸਤਰ ਹੈ ਮੀਮਾਂਸਾ, ਮੀਮਾਂਸਾ ਦਾ ਕਰਤਾ ਹੈ ਜੈਮਨੀ ਮੁਨੀ, ਬੜਾ ਪ੍ਰਸਿੱਧ ਮੁਨੀ ਹੋਇਆ ਹੈ ਜੈਮਨੀ ਮੁਨੀ। ਇਸੇ ਤਰ੍ਹਾਂ ਛੇਵਾਂ ਸ਼ਾਸਤਰ ਹੈ ਵਿਦਾਂਤ। ਵਿਦਾਂਤ ਦਾ ਬਾਣੀ 'ਚ ਬਹੁਤ ਸਾਰਾ ਜ਼ਿਕਰ ਆਉਂਦਾ ਹੈ। ਵਿਦਾਂਤ ਸ਼ਾਸਤਰ ਦਾ ਕਰਤਾ ਹੈ ਵਿਆਸ ਰਿਸ਼ੀ ਜੀ। ਇਹ 6 ਸ਼ਾਸਤਰ ਹਨ। 6 ਸ਼ਾਸਤਰਾਂ ਦੇ ਕਰਤਾ ਵੀ 6 ਨੇ, ਸਿਧਾਂਤ ਵੀ 6। ਜਿਹੜਾ ਪਹਿਲਾ ਸ਼ਾਸਤਰ ਹੈ ਵਿਸ਼ੇਸ਼ਕ ਸ਼ਾਸਤਰ, ਇਹ 6 ਪਦਾਰਥ ਮੰਨਦਾ ਹੈ ਸਿੱਖੀ ਦੀ ਰਚਨਾ ਦੇ ਬਾਰੇ। ਇਸੇ ਤਰ੍ਹਾਂ ਹੀ ਕੋਈ 12 ਕੋਈ 17 ਵੱਖ-ਵੱਖ ਪਦਾਰਥ, ਉਹਨਾਂ ਸ਼ਾਸਤਰਾਂ ਦੀ ਫਿਲਾਸਫੀ ਬੜੀ ਲੰਬੀ ਚੌੜੀ ਹੈ। ਸੋ ਖਟ ਦਰਸ਼ਨ ਜੋਗੀ ਸੰਨਿਆਸੀ 6 ਸ਼ਾਸਤਰਾਂ ਨੂੰ ਪੜ੍ਹਨ ਵਾਲੇ, ਉਹਨਾਂ ਦੇ ਸਿਧਾਂਤ ਨੂੰ ਸਮਝ ਕੇ ਕਮਾਉਣ ਵਾਲੇ ਜੋਗੀ ਲੋਕ, ਸੰਨਿਆਸੀ ਲੋਕ ਬਿਲਕੁਲ ਭਰਮ ਭੁਲਾਏ ਬਿਨਾਂ ਸਤਿਗੁਰੂ ਦੇ ਉਪਦੇਸ਼ ਸਿੱਖਿਆ ਤੋਂ ਭਰਮ ਦੇ ਵਿੱਚ ਭੁੱਲੇ ਰਹੇ। ਸਤਿਗੁਰ ਸੇਵੈ ਤਾ ਗਤ ਮਿਤ ਪਾਵੈ, ਹਰਿ ਜਿਉ ਮਨ ਵਸਾਏ। ਜਿਹੜੇ ਗੁਰਮੁਖ ਜਨ ਸਤਿਗੁਰੂ ਨੂੰ ਸੇਵਨਾ ਕਰਦੇ ਨੇ, ਗੁਰੂ ਦੀ ਸਿੱਖਿਆ ਮੰਨ ਕੇ ਗੁਰੂ ਦਾ ਉਪਦੇਸ਼ ਕਮਾਉਂਦੇ, ਪ੍ਰਮਾਤਮਾ ਨੂੰ ਆਰਾਧਦੇ, ਗੁਰੂ ਦੀ ਟਹਿਲ ਸੇਵਾ ਕਰਦੇ ਨੇ, ਤਾਂ ਗਤ ਮਿਤ ਪਾਵੇ। ਤਾਂ ਤਦੋਂ ਉਹ ਗਤ ਉੱਚੀ ਅਵਸਥਾ, ਮਿਤ ਦਾ ਅਰਥ ਹੁੰਦਾ ਮਿੰਤੀ, ਉਹ ਅਵਸਥਾ ਜਿਹੜੀ ਮਿੰਤੀ ਤੋਂ ਬਾਹਰੀ ਹੈ। ਮਿਤ ਦਾ ਅਰਥ ਮਰਿਆਦਾ ਵੀ ਹੁੰਦਾ ਹੈ, ਗੁਰੂ ਦੀ ਮਰਿਆਦਾ। ਤੁਮਰੀ ਗਾਤ ਮਿਤ ਤੁਮ ਹੀ ਜਾਣੇ। ਮਿਤ ਦਾ ਅਰਥ ਮਰਿਆਦਾ ਵੀ ਹੈ, ਮਿਤ ਦਾ ਅਰਥ ਉਹ ਅਵਸਥਾ ਹੈ ਜਿਹਦੇ ਬਾਰੇ ਕੋਈ ਮਿਲਿਆ ਨਾ ਜਾ ਸਕੇ।
ਉਹ ਗੁਰਮੁਖ ਜਨ ਪਾ ਲੈਂਦੇ ਨੇ ਤੇ ਹਰ ਜੀਉ ਮਨ ਵਸਾਏ, ਹਰੀ ਪ੍ਰਮਾਤਮਾ ਨੂੰ ਆਪਣੇ ਮਨ ਵਿੱਚ ਵਸਾ ਲੈਂਦੇ ਹਨ। ਸੱਚੀ ਬਾਣੀ ਸਿਉ ਚਿਤ ਲਾਗੈ, ਆਵਣ ਜਾਣ ਰਹਾਏ। ਸੱਚੀ ਬਾਣੀ ਸਿਉ ਨਾਲ ਉਹਦਾ ਗੁਰਮੁਖਾਂ ਦਾ ਚਿੱਤ ਜਦੋਂ ਲੱਗ ਜਾਂਦਾ, ਫਿਰ ਆਵਨ ਜਨਮ ਲੈ ਕੇ ਆਉਣਾ, ਜਾਨ ਮਰ ਕੇ ਜਾਣਾ, ਰਹਾਏ ਦਾ ਅਰਥ ਹੈ ਰਹਿ ਜਾਂਦਾ, ਮੁੱਕ ਜਾਂਦਾ। ਉਹਨਾਂ ਦਾ ਜੰਮਣ ਮਰਨ ਦਾ ਵੱਡਾ ਗੇੜਾ ਮੁੱਕ ਜਾਂਦਾ ਹੈ। ਪੰਡਿਤ ਪੜ ਪੜ ਬਾਦ ਬਖਾਣ ਹੈ, ਬਿਨ ਗੁਰ ਭਰਮ ਭੁਲਾਏ। ਪੰਡਤ ਲੋਕ ਵੇਦਾਂ ਸ਼ਾਸਤਰਾਂ ਨੂੰ ਪੜ ਪੜ ਕੇ ਬਾਦ ਵਖਾਣੇ, ਵਾਦ ਵਿਖਿਆਨ ਕਰਦੇ। ਮੈਂ ਇਹਨੇ ਸ਼ਾਸਤਰ ਪੜ੍ਹੇ, ਤੂੰ ਕਿੰਨੇ ਪੜ੍ਹੇ ਨੇ? ਉਹਦੇ ਗ੍ਰੰਥੀ ਖੋਲ। ਪੰਡਤਾਂ ਦਾ ਇਹੀ ਕੰਮ ਸੀ। ਸੋ ਉਹ ਵਾਦ ਕਰਦੇ, ਝਗੜੇ ਕਰਦੇ, ਬਹਿਸਾਂ ਕਰਦੇ ਨੇ, ਬਿਲਕੁਲ ਭਰਮ ਭੁਲਾਏ। ਫਿਰ ਉਹੀ ਪੰਕਤੀ ਅੱਧੀ ਲਿਖੀ ਜਿਹੜੀ ਪਹਿਲਾਂ ਲਿਖੀ ਸੀ ਜੋਗੀਆਂ ਸੰਨਿਆਸੀਆਂ ਬਾਰੇ। ਇਹ ਵੀ ਸਾਰੇ ਗੁਰੂ ਤੋਂ ਬਿਨਾਂ ਭਰਮ ਵਿੱਚ ਪੈ ਕੇ ਭੁੱਲੇ ਹੋਏ ਹਨ। ਲੱਖ 84 ਜੀ ਫੇਰ ਪਿਆ, ਬਿਨ ਸ਼ਬਦੈ ਮੁਕਤ ਨ ਪਾਏ। ਆ ਜਿਹੜੇ ਵੇਦਾਂ ਸ਼ਾਸਤਰਾਂ ਨੂੰ ਪੜ੍ਹਨ ਵਾਲੇ ਜੋਗੀ ਸੰਨਿਆਸੀ ਪੰਡਤ ਲੋਕ ਵਾਦ ਚ ਪੈ ਕਰਕੇ ਜਨਮ ਖਰਾਬ ਕਰ ਗਏ। ਸਾਹਿਬ ਕਹਿੰਦੇ ਲੱਖ 84 ਫੇਰ ਪੈ, ਲੰਮਾ ਫੇਰਾ ਪੈ ਗਿਆ 84 ਲੱਖ ਜੂਨ ਦਾ। ਜਮ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦਿਸ ਲੰਮੈ। ਬਿਨ ਸ਼ਬਦੇ ਮੁਕਤ ਨਾ ਪਾਏ, ਬਿਨਾਂ ਗੁਰੂ ਦੇ ਸ਼ਬਦ ਉਪਦੇਸ਼ ਸਿੱਖਿਆ ਕਮਾਈ ਤੋਂ ਮੁਕਤ ਨਾ ਪਾਏ। ਮੁਕਤ ਪ੍ਰਾਪਤ ਕੋਈ ਨਹੀਂ ਕਰ ਸਕਦਾ। ਜਾ ਨਾਉ ਚੇਤੈ ਗਤ ਪਾਏ, ਜਾ ਸਤਿਗੁਰ ਬੇਲ ਮਿਲਾਏ। ਜਾਂ ਜਦੋਂ ਕੋਈ ਮਨੁੱਖ ਨਾਉ ਚੇਤੇ, ਮਾਲਕ ਨੂੰ ਚੇਤੇ ਕਰਦਾ, ਨਾਮ ਚੇਤੇ ਕਰਦਾ, ਤਾਂ ਗਤ ਪਾਏ, ਤਾਂ ਤਦੋਂ ਫਿਰ ਮੁਕਤੀ ਪ੍ਰਾਪਤ ਕਰ ਲੈਂਦਾ। ਜਾਂ ਸਤਿਗੁਰ ਮੇਲ ਮਿਲਾਏ, ਜਾਂ ਜਦੋਂ ਸਤਿਗੁਰੂ ਆਪਣੇ ਮੇਲ ਵਿੱਚ ਜੀਵ ਨੂੰ ਮਿਲਾ ਲੈ, ਉਦੋਂ ਹੀ ਮੁਕਤੀ ਹਾਸਲ ਹੁੰਦੀ ਹੈ। ਸਤ ਸੰਗਤ ਨਾਮ ਹਰਿ ਜੀ ਉਪਜੈ, ਜਾ ਸਤਿਗੁਰ ਮਿਲੈ ਸੁਭਾਏ। ਨਾਮ ਕਿੱਥੋਂ ਪ੍ਰਾਪਤ ਹੁੰਦਾ ਹੈ? ਗੁਰੂ ਸਾਹਿਬ ਕਹਿੰਦੇ ਸਤ ਸੰਗਤ ਨਾਮ ਹਰਿ ਉਪਜੈ। ਉਪਜੇ ਦਾ ਅਰਥ ਹੈ ਪੈਦਾ ਹੋਣਾ। ਗੁਰੂ ਦੀ ਸੱਚੀ ਸੰਗਤ ਵਿੱਚੋਂ ਨਾਮ ਪ੍ਰਾਪਤ ਹੁੰਦਾ, ਪੈਦਾ ਪ੍ਰਗਟ ਹੁੰਦਾ ਹੈ। ਜਾਂ ਸਤਿਗੁਰ ਮਿਲੇ ਸੁਭਾਏ, ਜਾਂ ਜਦੋਂ ਸਤਿਗੁਰੂ ਸੁਭਾਏ ਸ੍ਰੇਸ਼ਟ ਪ੍ਰੇਮ ਦੁਆਰਾ ਸੁੱਤੇ ਸਿਰ ਸਤਿਗੁਰੂ ਪ੍ਰਾਪਤ ਹੋ ਜਾਣ, ਫਿਰ ਗੁਰੂ ਕੀ ਸੰਗਤ ਜੋ ਨਾਮ ਮਿਲਦਾ ਹੈ। ਮਨ ਤਨ ਅਰਪਿਆ ਆਪ ਗਵਾਈ, ਚੱਲਾ ਸਤਿਗੁਰ ਭਾਏ। ਜਦੋਂ ਮਨ ਤੇ ਤਨ ਨੂੰ ਅਰਪਣ ਕਰਕੇ ਆਪ ਗਵਾਈ, ਆਪਾ ਭਾਵ ਤਿਆਗ ਦਿੱਤਾ ਤੇ ਚੱਲਾ ਸਤਿਗੁਰ ਭਾਏ। ਗੁਰੂ ਦੇ ਭਾਏ ਅਨਸਾਰੀ ਹੋ ਕਰਕੇ ਜੀਵ ਚੱਲ ਪੈਂਦਾ ਹੈ। ਨਾਮ ਜਪਦੇ ਰਾਹ ਤੇ ਤੁਰ ਪੈਂਦਾ ਹੈ। ਸਦ ਬਲਿਹਾਰੀ ਗੁਰ ਆਪਣੇ ਮਿਟੋ, ਜੇ ਹਰ ਸੇਤੀ ਚਿਤ ਲਾਏ। ਇਹੋ ਜਿਹੇ ਸੱਚੇ ਸਤਿਗੁਰੂ ਤੋਂ ਸਦਾ ਬਲਿਹਾਰੀ ਕੁਰਬਾਨ ਜਾਂਦੇ, ਜਿਹਨੂੰ ਆਪਣਾ ਤਨ ਭੇਟਾ ਕਰਕੇ ਆਪਾ ਭਾਵ ਗਵਾ ਲਿਆ, ਗੁਰੂ ਦੇ ਅਨਸਾਰੀ ਹੋ ਕੇ ਤੁਰ ਪਏ। ਇਹੋ ਜਿਹੇ ਗੁਰੂ ਤੋਂ ਸਦਾ ਬਲਿਹਾਰ ਤੇ ਸਦਕੇ ਹਾਂ, ਜੇ ਹਰ ਸੇਤੀ ਚਿਤ ਲਾਏ। ਸੋ ਜਿਹੜਾ ਸਤਿਗੁਰੂ ਹਰ ਸੇਤੀ ਮਨੇ ਨਾਲ ਚਿੱਤ ਲਾ ਦਿੰਦਾ, ਜਿਹੜਾ ਗੁਰੂ ਕਿਰਪਾ ਕਰਕੇ ਨਾ ਪ੍ਰਮਾਤਮਾ ਦੇ ਨਾਲ ਮਨ ਚਿੱਤ ਨੂੰ ਜੋੜ ਦਿੰਦਾ ਹੈ। ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ, ਹਰ ਸੇਤੀ ਰੰਗ ਰਾਤਾ। ਮਹਾਰਾਜ ਬ੍ਰਾਹਮਣ ਕੌਣ ਹੈ? ਗੁਰੂ ਸਾਹਿਬ ਕਹਿੰਦੇ ਸੋ ਬ੍ਰਾਹਮਣ ਉਹ ਬ੍ਰਾਹਮਣ ਹੈ, ਬ੍ਰਹਮ ਜੋ ਬਿੰਦੇ ਦਾ ਅਰਥ ਹੈ ਜਾਣਨਾ। ਜਿਹੜਾ ਬ੍ਰਹਮ ਨੂੰ ਜਾਣ ਲਵੇ, ਪਰਮੇਸ਼ਰ ਨੂੰ ਸਮਝ ਲਵੇ, ਉਹੀ ਬ੍ਰਾਹਮਣ ਹੈ। ਹਰ ਸੇਤੀ ਰੰਗ ਰਾਤਾ, ਉਹ ਹਰੀ ਤੇ ਸੇਤੀ ਨਾਲ ਪ੍ਰਮਾਤਮਾ ਦੇ ਰੰਗ ਪ੍ਰੇਮ ਚ ਰਾਤਾ ਰੰਗਿਆ ਰਹਿੰਦਾ ਹੈ। ਪ੍ਰਭ ਨਿਕਟ ਵਸੈ ਸਭਨਾ ਘਟ ਅੰਤਰ, ਗੁਰਮੁਖ ਵਿਰਲੇ ਜਾਤਾ। ਪ੍ਰਭੂ ਤਾਂ ਨਿਕਟ ਨੇੜੇ ਵਸਦਾ, ਸਭਨਾ ਘਟ ਸਰੀਰ ਹਿਰਦੇ ਦੇ ਅੰਦਰ। ਘਟ ਬਣੇ ਸਰੀਰ, ਘਟ ਬਣੇ ਹਿਰਦਾ। ਸਾਰਿਆਂ ਸਰੀਰਾਂ ਹਿਰਦਿਆਂ ਵਿੱਚ ਘਟ ਮੈਂ ਹਰ ਜੂ ਬਸੈ। ਸੰਤਨ ਕਹਿਓ ਪੁਕਾਰ ਸਭੇ ਘਟ, ਰਾਮ ਬੋਲੇ ਰਾਮਾ ਬੋਲੇ ਰਾਮ, ਬਿਨਾ ਕੋ ਬੋਲੇ ਰੇ। ਉਹੀ ਬੋਲਦਾ ਹੈ, ਉਹੀ ਵਸਦਾ ਹੈ। ਪਰੰਤੂ ਸਾਹਿਬ ਕਹਿੰਦੇ ਗੁਰਮੁਖ ਵਿਰਲੇ ਜਾਤਾ। ਕੋਈ ਵਿਰਲਾ ਗੁਰਮੁਖ ਹੈ ਜਿਸ ਨੇ ਮੁਖੀ ਗੁਰੂ ਦੇ ਦੁਆਰਾ ਇਸ ਗੱਲ ਨੂੰ ਜਾਤਾ ਜਾਣ ਲਿਆ ਹੈ। ਨਾਨਕ ਨਾਮ ਮਿਲੈ ਵਡਿਆਈ, ਗੁਰ ਕੈ ਸ਼ਬਦ ਪਛਾਤਾ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਦੀ ਸਮਾਪਤੀ ਤੇ ਸੰਪੂਰਨਤਾ ਕਰਦੇ ਫਰਮਾ ਰਹੇ ਨੇ,
ਨਾਮ ਮਿਲੇ ਵਡਿਆਈ। ਗੁਰੂ ਦੁਆਰਾ ਜਦੋਂ ਨਾਮ ਪ੍ਰਾਪਤ ਹੋ ਜਾਏ ਨਾ, ਉਸ ਨਾਮ ਦੇ ਦੁਆਰਾ ਉਹ ਵਡਿਆਈ ਪ੍ਰਾਪਤ ਹੁੰਦੀ ਹੈ ਜਿਹੜੀ ਵਡਿਆਈ ਲੋਕ ਪਰਲੋਕ 'ਚ ਸਦਾ ਕਾਇਮ ਦੈਮ ਰਹਿੰਦੀ ਹੈ। ਗੁਰ ਕੈ ਸ਼ਬਦ ਪਛਾਤਾ, ਗੁਰੂ ਦੇ ਸ਼ਬਦ ਦੁਆਰਾ ਫਿਰ ਪਰਮਾਤਮਾ ਨੂੰ ਪਛਾਤਾ ਦਾ ਅਰਥ ਹੈ ਪਛਾਣ ਲਿਆ, ਉਹਦੇ ਨਾਲ ਜਾਣ ਪਛਾਣ ਹੋ ਗਈ। ਗੁਰੂ ਦੇ ਸ਼ਬਦ ਤੋਂ ਬਿਨਾਂ ਉਹ ਭਾਵੇਂ ਨੇੜੇ ਬੈਠਾ ਹੋਵੇ ਨਹੀਂ ਪਛਾਤਾ ਜਾਂਦਾ। ਮਾਝੀ ਦੀ ਬੋਲੀ ਹੈ, ਪੁਰਾਣੇ ਬਜ਼ੁਰਗ ਦੇ ਪਛਾਤਾ ਹੀ, ਮੈਂ ਬੜਾ ਚਿਰ ਹੋਇਆ ਤੈਨੂੰ ਵੇਖਿਆ ਸੀ, ਤੂੰ ਨੇ ਮੈਨੂੰ ਪਛਾਤਾ। ਗੁਰੂ ਸਾਹਿਬ ਕਹਿੰਦੇ ਵੀ ਗੁਰੂ ਦੇ ਸ਼ਬਦ ਦੁਆਰਾ ਰੱਬ ਪਛਾਤਾ ਜਾਂਦਾ, ਪਰਮਾਤਮਾ ਪਛਾਣਿਆ ਜਾਂਦਾ, ਉਹਦੇ ਨਾਲ ਸਾਂਝ ਪੈ ਜਾਂਦੀ ਹੈ। ਜਦੋਂ ਉਹਦੇ ਨਾਲ ਸਾਂਝ ਪੈ ਜਾਏ ਫਿਰ ਉਹ ਵਡਿਆਈ ਪ੍ਰਾਪਤ ਹੁੰਦੀ ਜਿਹੜੀ ਨਾਮ ਦੇ ਆਸਰੇ ਟਿਕੀ। ਇਸ ਜਗ ਵਿੱਚ ਸ਼ੋਭਾ ਨਾਮ ਕੀ, ਨਾਮ ਦੀ ਸ਼ੋਭਾ ਹੀ ਸੱਚੀ ਹੈ ਜਿਹੜੀ ਲੋਕ ਤੇ ਪਰਲੋਕ ਸਦਾ ਵਾਸਤੇ ਕਾਇਮ ਰਹਿੰਦੀ ਹੈ, ਜਿਹੜੀ ਕਿਸੇ ਪਦਾਰਥ ਦੇ ਆਸਰੇ ਨਹੀਂ ਟਿਕੀ ਹੁੰਦੀ। ਬਿਨ ਨਾਮੈ ਸੋਭ ਨਾ ਹੋਏ, ਨਾਮ ਤੋਂ ਬਿਨਾਂ ਹੋਰ ਵਡਿਆਈ ਦੀ ਸ਼ੋਭਾ ਸਦੀਵੀ ਨਹੀਂ ਹੋ ਸਕਦੀ। ਸਤਿਗੁਰੂ ਜੀ ਕਿਰਪਾ ਕਰਨ, ਸਾਹਿਬਾਂ ਦਾ ਬਖਸ਼ਿਆ ਉਪਦੇਸ਼ ਸਾਡੇ ਹਿਰਦੇ 'ਚ ਵਸੇ। ਅੱਜ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜੀ ਵਿਖੇ 6 ਜੂਨ ਸੰਨ 1984 ਦੇ ਸਾਰੇ ਸ਼ਹੀਦਾਂ ਦੀ ਯਾਦ ਨੂੰ ਮਨਾਉਂਦਿਆਂ ਹੋਇਆਂ ਤੀਜਾ ਘੱਲੂਘਾਰਾ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ। ਜਿਹੜੀਆਂ ਸੰਗਤਾਂ ਹਾਜ਼ਰੀ ਭਰ ਸਕਦੀਆਂ ਨੇ ਆਪਣੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਭਾਵਨਾ ਦੇ ਪੁੱਤਰ ਕਰਨ ਵਾਸਤੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਹਾਜ਼ਰੀਆਂ ਭਰਨੀਆਂ। 8:30 ਵਜੇ ਦੇ ਕਰੀਬ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ, ਉਪਰੰਤ ਦੀਵਾਨ ਸਜਣਗੇ। ਸੋ ਤਕਰੀਬਨ 11 ਵਜੇ ਤੱਕ ਸਾਰੀ ਸਮਾਪਤੀ ਹੋ ਜਾਣੀ ਹੈ। ਸੋ ਸਿੱਖ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨਾ ਜੀ। ਸੰਨ 1984 ਦੇ ਸਮੂਹ ਸਿੱਖ ਸ਼ਹੀਦਾਂ ਮਰਜੀਵੜਿਆਂ ਬਹਾਦਰਾਂ ਗੁਰੂ ਦੇ ਸਿੱਖਾਂ ਨੂੰ ਜਿਨ੍ਹਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਸਥਾਨ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਹਨਾਂ ਸਾਰੇ ਮਹਾਨ ਸ਼ਹੀਦਾਂ ਨੂੰ ਕੋਟਾਨ ਕੋਟਵਾਰੀ ਪ੍ਰਣਾਮ ਨਮਸਕਾਰ ਹੈ। ਅੰਤਰੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ ਹਰ ਸੇਤੀ ਲੰਗ ਰਾਤਾ। ਪ੍ਰਭ ਨਿਕਟ ਵਸੈ ਸਭਨਾ ਕਾਟ ਅੰਤਰ, ਗੁਰਮੁਖ ਵਿਰਲੇ ਜਾਤਾ। ਨਾਨਕ ਨਾਮ ਮਿਲੈ ਵਡਿਆਈ, ਗੁਰ ਕੈ ਸ਼ਬਦ ਪਛਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਜਨ ਮੇਰੇ ਪਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ